डौत बंदन अनिक बार, सर्व कला समरथ। डोलन ते राखो प्रभु, नानक दे कर हथ। सतनाम धन वाहे गुरु साहिब जियो। सिर कंप्यो पग डगमगे, नैन जोत ते हीन। कहो नानक एह बिद पही, तौ न हर रस लीन। सिर कंप्यो पग डगमगे, नहन जोत ते हीन। कहो नानक ए बिद पई, कहो नानक एह बिद भई, ताऊ न हर रस लीन। वाहिगुरु जी का खालसा, वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी और सतगुरु गुरु तेग बहादुर जी महाराज हजूर दे 47वें शलोक दा पाठ आप जी ने सरवण कीता है। आओ रोजाना दी तरह सतगुरु गुरु तेग बहादुर महाराज जी दे चरण स्पर्श करते हुए बेनती करिए, दाता जी आप विच वरतो। हिरदे दी पै भावनी शरदा अकीदत दी दात बख्श के हजूर आप ही इस अमृत बचन दी विचार करा लवो। प्यार अदब सहित आप समूह संगत आशीष बख्श दे हुए उच्चारण करो जी। सतनाम श्री वाहे गुरु जी। करो बख्शिश, फिर उच्चारण करो जी। सतनाम श्री वाहे गुरु जी। सतगुरु नौवें पातशाह महाराज जी ने अज दे इस अमृत शलोक दे अंदर उस मनुख नूं संबोधन करके ये अमृत बचन उच्चारण कीते ने जिस दा बचपन दा वक्त बतीत हो चुका है। जवानी
ਜੋਬਨ ਵੀ ਇਹਦੇ ਕੋਲੋਂ ਲੱਦ ਗਿਆ, ਚਲਾ ਗਿਆ, ਔਰ ਬੁਢੇਪੇ ਨੇ, ਬਿਰਧ ਅਵਸਥਾ ਨੇ ਇਸ ਦੇ ਤਨ ਉੱਤੇ ਕਬਜ਼ਾ ਕਰ ਲਿਆ ਹੈ। ਹੁਣ ਅਵਸਥਾ ਸਰੀਰਕ ਤੌਰ ਤੇ ਇਹ ਬਣ ਚੁੱਕੀ ਹੈ। ਮਹਾਰਾਜ ਕਹਿੰਦੇ ਨੇ ਸਿਰ ਕੰਪਿਓ। ਬਿਰਧ ਅਵਸਥਾ ਦੇ ਵਿੱਚ ਜਿਹੜਾ ਸਿਰ ਹੈ ਉਹ ਆਪਣੇ ਆਪ ਹੀ ਹੁਣ ਕੰਬਣ ਲੱਗ ਪਿਆ ਹੈ। ਪੱਗ ਡਗਮਗੇ, ਜਿਹੜੇ ਪੈਰ ਨੇ ਉਹ ਵੀ ਹੁਣ ਲੜਖੜਾਉਣ ਲੱਗ ਪਏ ਨੇ, ਡਗਮਗਾਉਣ ਲੱਗ ਪਏ ਨੇ। ਸਿੱਧਾ ਤੁਰਨ ਦਾ ਯਤਨ ਕਰਦਾ ਤੇ ਪੈਰਾਂ ਵਿੱਚ, ਗੋਡਿਆਂ ਵਿੱਚ ਉਹ ਤਾਕਤ ਨਹੀਂ ਕਿ ਆਪਣਾ ਪੈਰ ਸਿੱਧਾ ਰੱਖ ਸਕੇ। ਸਿਰ ਕੰਬ ਰਿਹਾ ਹੈ, ਪੈਰ ਜਿਹੜੇ ਨੇ ਉਹ ਲੜਖੜਾ ਗਏ। ਨੈਣ ਜੋਤ ਤੇ ਹੀਨ, ਨੇਤਰਾਂ ਵਿੱਚ ਜਿਹੜੀ ਜੋਤ ਸੀ ਜਿਸ ਨਾਲ ਇਹ ਰੰਗ ਤਮਾਸ਼ੇ ਦੇਖਦਾ ਸੀ, ਅੱਜ ਉਹ ਨੇਤਰ ਵੀ ਜਿਹੜੇ ਨੇ ਉਸ ਨਜ਼ਰ ਤੋਂ, ਉਸ ਨਿਗਾਹ ਤੋਂ ਜਾਂ ਉਸ ਰੋਸ਼ਨੀ ਤੋਂ ਵਿਰਵੇ ਹੋ ਗਏ, ਵਾਂਝੇ ਹੋ ਗਏ। ਅੱਖਾਂ ਜੋਤ ਤੋਂ ਹੀਣ ਹੋ ਗਈਆਂ। ਮਹਾਰਾਜ ਨੇ ਫਿਰ ਇਹ ਬਚਨ ਦੁਹਰਾ ਦੇਵਾਂ। ਸ਼ਲੋਕ ਦੇ ਪਹਿਲੇ ਹਿੱਸੇ ਵਿੱਚ ਮਨੁੱਖ ਦੇ ਸਰੀਰ ਦਾ ਇਹ ਢਲਦੀ ਹੋਈ ਅਵਸਥਾ ਕਿ ਸਿਰ ਕੰਬ ਰਿਹਾ, ਪੈਰ ਡਗਮਗਾ ਗਏ ਤੇ ਚਮਕਦੇ ਹੋਏ ਜਿਹੜੇ ਨੇਤਰ ਸਨ ਉਹਨਾਂ ਦੀ ਜੋਤ ਤੋਂ ਹੁਣ ਹੀਣਾ ਹੋ ਗਿਆ। ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ। ਐਸੀ ਹਾਲਤ ਹੋ ਗਈ, ਹੁਣ ਇਹ ਅਵਸਥਾ ਹੋ ਗਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿ ਰਹੇ ਨੇ, ਬਚਨ ਕਰ ਰਹੇ ਨੇ, ਕਹੋ ਨਾਨਕ ਇਹ ਬਿਧ ਪਈ। ਇਹ ਅਵਸਥਾ ਹੋ ਗਈ। ਤਉ ਨਾ ਹਰ ਰਸ ਲੀਨ। ਪਰ ਇਸ ਅਵਸਥਾ ਵਿੱਚ ਪਹੁੰਚਦੇ ਪਹੁੰਚਦੇ ਇਨਸਾਨ ਤੂੰ ਅਜੇ ਤੀਕਰਾ ਵੀ ਪਰਮੇਸ਼ਵਰ ਦੇ ਨਾਮ ਦੇ ਰਸ ਨੂੰ ਧਾਰਨ ਨਹੀਂ ਕੀਤਾ, ਜਾਂ ਹਰ ਰਸ ਤੂੰ ਆਪਣੀ ਜ਼ਿੰਦਗੀ 'ਚ ਚਖਿਆ ਨਹੀਂ। ਤੂੰ ਬਚਪਨ ਤੋਂ ਬੁਢੇਪੇ ਤੱਕ ਅਨੇਕਾਂ ਰਸ ਜਿਹੜੇ ਨੇ ਆਪਣੀ ਜ਼ਿੰਦਗੀ 'ਚ ਮਾਣੇ, ਚਖੇ, ਤੇ ਅੱਜ ਇਸ ਬਿਰਧ ਅਵਸਥਾ ਵਿੱਚ ਆ ਕੇ ਜਦੋਂ ਸਰੀਰ ਤੇਰਾ ਜਵਾਬ ਦਿੰਦਾ ਪਿਆ, ਸੱਚ ਇਹ ਵੇ ਤੂੰ ਇਸ ਅਵਸਥਾ ਵਿੱਚ ਆ ਕੇ ਵੀ ਤਉ ਨਾ ਹਰ ਰਸ ਲੀਨ, ਤੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦੇ ਰਸ ਨੂੰ ਨਹੀਂ ਮਾਣਿਆ। ਇਹ ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਸ਼ਲੋਕ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਭਾਵਾਂ ਕਿ ਇਹ ਸਬਜੈਕਟ ਬਹੁਤ ਵਾਰੀ ਪਿਛਾਂ ਵੀ ਇਹ ਆ ਚੁੱਕਾ ਹੈ ਤੇ ਦਾਸ ਨੇ ਆਪ ਨੂੰ ਇਹ ਬੇਨਤੀ ਕਈ ਵਾਰ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹਨਾਂ 57 ਸ਼ਲੋਕਾਂ ਦੇ ਅੰਦਰ ਵਾਰ-ਵਾਰ ਕਈ ਵਿਸ਼ੇ, ਸਬਜੈਕਟ ਐਸੇ ਨੇ ਜਿਨ੍ਹਾਂ ਨੂੰ 2-2, 3-3 ਵਾਰ ਸਤਿਗੁਰੂ ਸਾਨੂੰ ਸਮਝਾਉਂਦੇ ਪਏ ਨੇ। ਇਸ ਵਿੱਚ ਸਤਿਗੁਰਾਂ ਨੇ ਬਿਰਧ ਅਵਸਥਾ ਦੀ ਕਮਜ਼ੋਰੀ ਨੂੰ, ਮਨੁੱਖੀ ਸਰੀਰ ਵਿੱਚ ਤਾਕਤ ਦੀ ਖੀਣਤਾ ਨੂੰ, ਜਾਂ ਮਨੁੱਖ ਦੇ ਅੰਦਰ ਦੀ ਬੇਬਸੀ ਨੂੰ ਹਜ਼ੂਰ ਨੇ ਇਸ ਅੰਮ੍ਰਿਤ ਸ਼ਲੋਕ ਵਿੱਚ ਦਰਜ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਇਸ ਬਿਰਧ ਅਵਸਥਾ ਦੇ ਸੰਬੰਧ ਵਿੱਚ ਸਾਨੂੰ ਅਨੇਕਾਂ ਬਚਨ ਜਿਹੜੀ ਹੈ ਉਹ ਸਮਝਾਉਂਦੀ ਹੈ। ਇਹ ਆਪਾਂ ਸਭ ਨੂੰ ਪਤਾ ਹੈ ਕਿ ਕੋਈ ਚੀਜ਼ ਵੀ ਸਦਾ ਸਥਿਰ ਰਹਿਣ ਵਾਲੀ ਨਹੀਂ, ਤੇ ਹਰ ਚੀਜ਼ ਦੇ ਵਿੱਚ ਭਾਵੇਂ ਉਹ ਜੜ ਹੈ, ਭਾਵੇਂ ਉਹ ਚੇਤਨ ਹੈ, ਹਰ ਇੱਕ ਚੀਜ਼ ਦੇ ਅੰਦਰ ਜਿਹੜਾ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬਦਲਾਅ ਆਉਂਦਾ ਪਿਆ ਹੈ। ਉਹ ਬਦਲ ਰਹੀ ਹੈ, ਵੇਖਦਿਆਂ ਵੇਖਦਿਆਂ ਬਦਲ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਅੱਜ ਕੁਝ ਬਚਨ ਅਸੀਂ ਸਨਮਾਨਯੋਗ
ਬਾਬਾ ਫਰੀਦ ਸਾਹਿਬ ਜੀ ਦੀ ਰਚਨਾ ਵਿੱਚੋਂ ਲਏ ਆ। ਉਹ ਕਹਿੰਦੇ ਨੇ ਜਦੋਂ ਇਸ ਬਦਲਾਅ ਵੱਲ ਝਾਤੀ ਮਾਰਨੇ ਆ, ਇਨਸਾਨ ਆਪਣਾ ਚਿਹਰਾ ਰੋਜ਼ ਦੇਖਦਾ ਦਰਪਣ ਵਿੱਚ, ਤੇ ਦੇਖੋ ਰੋਜ਼ਾਨਾ ਇਹਦੇ ਚਿਹਰੇ ਦੇ ਵਿੱਚ ਬਦਲਾਅ ਆ ਰਿਹਾ ਹੈ। ਰੋਜ਼ ਇਹਦਾ ਚਿਹਰਾ ਜਿਹੜਾ ਸਰੀਰ ਬਦਲ ਰਿਹਾ ਹੈ। ਕਈ ਵਾਰੀ ਮਨ 'ਚ ਆਉਂਦਾ ਹੈ ਕਿ ਕਈ ਬੰਦੇ ਆਪਣੇ ਘਰਾਂ ਵਿੱਚ ਅੱਜ ਕੱਲ੍ਹ ਹਰ ਜਨਮ ਦਿਨ ਜਦੋਂ ਸਾਲ ਬਾਅਦ ਉਹਨਾਂ ਦਾ ਆਉਂਦਾ ਹੈ, ਤੇ ਉਸ ਜਨਮ ਦਿਨ ਵਾਲੇ ਵੇਲੇ ਉਹ ਤਸਵੀਰਾਂ ਖਿੱਚ ਖਿੱਚ ਕੇ ਆਪਣੇ ਘਰ 'ਚ ਲਾਈ ਜਾਂਦੇ ਆ। ਪਹਿਲਾ ਜਨਮ ਦਿਨ, ਦੂਜਾ ਜਨਮ ਦਿਨ, ਤੀਜਾ ਜਨਮ ਦਿਨ। ਤੇ ਮੈਂ ਸੋਚਣਾ, ਜੇ ਬੰਦਾ ਰੱਬ ਦੀ ਇਸ ਦਿੱਤੀ ਕੋਈ ਦਾਤ ਤੇ ਸਰੀਰ ਨਾਲ ਕੋਈ ਛੇੜਛਾੜ ਨਾ ਕਰੇ ਰੰਗ ਰੋਗਣ ਵਾਲੀ, ਤੇ ਸੱਚ ਇਹ ਵੇ ਹਰ ਸਾਲ ਤਸਵੀਰ ਖਿੱਚ ਕੇ ਦੀਵਾਰ 'ਤੇ ਲਾ ਕੇ ਉਹਨੂੰ ਨੀਝ ਲਾ ਕੇ ਉਸ ਤਸਵੀਰ ਨਾਲ ਗੱਲਾਂ ਕਰਕੇ ਦੇਖੇ, ਆਪ ਜੀ ਦੇਖੋਗੇ ਹਰ ਇੱਕ ਸਾਲ ਜਿਹੜਾ ਹੈ ਉਹਦੇ ਤਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੁੰਦੀ ਪਈ ਹੈ। ਸਤਿਗੁਰਾਂ ਦੀ ਬਾਣੀ ਵਿੱਚ ਇੱਕ ਬਚਨ ਹੈ, ਕੋਈ ਚੀਜ਼ ਸਥਿਰ ਨਹੀਂ, ਹਰ ਚੀਜ਼ ਜਿਹੜੀ ਹੈ ਉਹ ਬਦਲ ਰਹੀ ਹੈ। ਇਹੀ ਤਾਂ ਪਰਮਾਤਮਾ ਦੀ ਇਸ ਰਚਨਾ ਦੀ ਖੂਬਸੂਰਤੀ ਹੈ। ਉਹ ਅਕਲ ਨਹੀਂ ਦਿੰਦਾ ਇੱਕ ਥਾਂ 'ਤੇ ਖੜਿਆਂ ਕਰਕੇ, ਉਹ ਹਰ ਚੀਜ਼ ਬਦਲਦਾ ਪਿਆ, ਖਿੰਨ ਖਿੰਨ ਬਦਲ ਰਿਹਾ ਹੈ, ਰੋਜ਼ ਨਵਾਂ ਕੁਝ ਕਰ ਰਿਹਾ ਹੈ। ਦੇਖੋ ਜਿਵੇਂ ਅਸੀਂ ਦੇਖਦੇ ਹਾਂ ਹੁਣ ਅੱਜ ਕੱਲ੍ਹ ਇੱਥੇ ਸਾਡੇ ਕੋਲ ਗਰਮੀ ਹੈ, ਪਰ ਇਹ ਵੀ ਤਾਂ ਪਰਿਵਰਤਨਸ਼ੀਲ ਹੈ। ਕੁਝ ਮਹੀਨੇ ਪਹਿਲਾਂ ਅੱਤ ਦੀ ਸਰਦੀ ਸੀ, ਫਿਰ ਬਸੰਤ ਆ ਗਈ, ਹੁਣ ਗਰਮੀ ਆ ਗਈ, ਅਗਾਂਹ ਬਰਸਾਤ ਆ ਜਾਏਗੀ। ਮੇਰੇ ਕਹਿਣ ਤੋਂ ਮੁਰਾਦ ਕਿ ਇਹ ਰੁੱਤ ਵੀ ਸਥਿਰ ਨਹੀਂ, ਇਹ ਰੁੱਤ ਵੀ ਜਿਹੜੀ ਉਹ ਬਦਲਦੀ ਪਈ ਹੈ, ਉਹ ਚੇਂਜ ਹੋ ਰਹੀ ਹੈ। ਅਗਲੀ ਗੱਲ ਕਿ ਜਿੰਨੀ ਬਨਸਪਤੀ ਅਸੀਂ ਦੇਖਣੇ ਪਏ ਹਾਂ, ਹਰ ਇੱਕ ਰੁੱਖ ਜਿਹੜਾ ਹੈ ਉਹਦੇ ਪੱਤਿਆਂ ਦਾ ਰੰਗ ਵੀ ਤਬਦੀਲ ਹੋ ਰਿਹਾ, ਉਹ ਵੀ ਪਰਿਵਰਤਨਸ਼ੀਲ ਹੈ। ਬਾਬਾ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਬਚਨ ਕਿਹਾ, ਰੁੱਤ ਫਿਰੀ ਵਣ ਕੰਬਿਆ। ਜੇ ਬਾਹਰ ਦੀ ਰੁੱਤ ਫਿਰ ਜਾਏ ਤੇ ਪੂਰੇ ਦਾ ਪੂਰਾ ਜੰਗਲ ਕੰਬ ਜਾਂਦਾ ਹੈ। ਸੱਚ ਇਹ ਵੇ ਜਦੋਂ ਸਰੀਰ ਤੇ ਰੁੱਤ ਫਿਰਦੀ ਹੈ ਤੇ ਬੁਢੇਪੇ ਵਿੱਚ ਪੂਰੇ ਦਾ ਪੂਰਾ ਤਨ ਹੀ ਕੰਬ ਜਾਂਦਾ ਹੈ। ਇਹਦੇ ਅਸੀਂ ਦੋ ਥਾਵਾਂ 'ਤੇ ਟੁਕਾ ਸਕਨੇ, ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਏ। ਰੁੱਤ ਤਬਦੀਲ ਹੋ ਗਈ, ਜੰਗਲ ਕੰਬ ਉੱਠਿਆ, ਤੇ ਜਿਹੜੇ ਪੱਤੇ ਅੱਤ ਦੇ ਕੋਮਲ ਸਨ ਉਹ ਪੀਲੇ ਹੋ ਕੇ ਜ਼ਮੀਨ ਦੇ ਉੱਤੇ ਡਿੱਗ ਪਏ। ਕਦੀ ਉਹ ਅੱਤ ਦੇ ਕੋਮਲ ਸਨ, ਅੱਜ ਉਹ ਸੱਚ ਐਵੇਂ ਕਿ ਪੀਲੇ ਹੋ ਕੇ, ਸਖਤ ਹੋ ਕੇ, ਕਠੋਰ ਹੋ ਕੇ ਧਰਤੀ 'ਤੇ ਰੁਲ ਗਏ। ਇਹੀ ਤਾਂ ਇੱਕ ਕੇਵਲ ਜੰਗਲ ਜਾਂ ਪੱਤੇ ਬਨਸਪਤੀ ਦੀ ਦਾਸਤਾਨ ਨਹੀਂ, ਇਹ ਇਸ ਰਚਨਾ ਵਿੱਚ ਕੱਲੀ ਇਸ ਪਲੈਨਟ ਦੀ ਨਹੀਂ, ਜੋ ਕੁਝ ਪਰਮਾਤਮਾ ਨੇ ਰਚਿਆ ਹੈ ਹਰ ਇੱਕ ਉੱਤੇ ਇਹ ਲਾਗੂ ਹੋਵੇਗਾ। ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾ ਢੂੰਡੀਆਂ, ਰਹਿਣ ਕਥਾਉ ਨਾਹੇ। ਚਾਰ ਚਫੇਰੇ ਝਾਤੀ ਮਾਰ ਕੇ ਦੇਖੀ, ਕੋਈ ਚੀਜ਼ ਐਸੀ ਨਹੀਂ ਜਿਹੜੀ ਕਹਿ ਸਕਾਂ ਵੀ ਇਹ ਸਦਾ ਵਾਸਤੇ ਸਥਿਰ ਹੈ। ਮਹਾਰਾਜ ਕਹਿੰਦੇ ਨੇ ਉਹ ਤਬਦੀਲ ਹੋ ਰਹੀ ਹੈ। ਹੁਣ ਜਿਹੜੀ ਅਸੀਂ ਪਿਛਲੇ ਦਿਨੀ ਵੀ ਗੱਲ ਕਰਦੇ ਰਹੇ, ਜੋ ਕੁਝ ਬੰਦਾ ਆਪਣੇ ਜੇਨ 'ਚ ਰੋਜ਼ ਚਿਤਵਨ ਕਰੇਗਾ, ਜਿਹਨੂੰ ਆਪਾਂ ਕਹੀਏ ਵੀ ਇਹਦੇ ਸੰਕਲਪ, ਵਿਕਲਪ ਜਾਂ ਇਹਦੀ ਸੋਚ, ਉਹ ਜਿੰਨੇ ਵੀ ਜ਼ਿੰਦਗੀ ਦੇ ਪੜਾਅ ਅੱਗੇ ਸਮਾਂ ਲੰਘੀ ਜਾਏਗਾ, ਉਹ ਚੀਜ਼ ਇਹਦੇ ਅੰਦਰ ਧੁਰ ਅਸਰ ਕਰੀ ਰੱਖੇਗੀ। ਜੋ ਬਚਪਨ ਵੀ ਸੋਚਿਆ, ਬੁਢੇਪੇ ਵੀ, ਜਵਾਨੀ ਵੀ ਸੋਚਿਆ, ਬੁਢੇਪੇ ਵੀ ਸੋਚਿਆ, ਉਹ ਜਿਹੜੀ ਸੋਚ ਹੈ ਇਨਸਾਨ ਦੇ ਅੰਦਰੋਂ, ਮੈਂ ਦੁਨਿਆਵੀ ਸ਼ਬਦ ਕਹਿ ਰਿਹਾ, ਉਹ ਨਹੀਂ ਨਿਕਲਦੀ, ਉਹ ਇਨਸਾਨ ਦੇ ਅੰਦਰ ਆਪਣੇ ਆਪ ਚਲੀ ਜਾਂਦੀ ਹੈ। ਪਰਮਾਰਥ ਕਮਾਉਣ ਵਾਲਿਆਂ ਨੇ ਗੱਲ ਕਹੀ ਕਿ ਇਨਸਾਨ ਜਦੋਂ ਤੇਰਾ ਵੇਲਾ ਸੀ ਅਧਿਆਤਮਕਤਾ ਨੂੰ ਕਮਾਉਣ ਦਾ, ਰੂਹਾਨੀਅਤ ਨੂੰ ਜ਼ਿੰਦਗੀ 'ਚ ਧਾਰਨ ਕਰਨ ਦਾ, ਸ਼ੁਭ ਕਰਮ ਕਰਨ ਦਾ, ਉਦੋਂ ਤੂੰ ਸਿਰਫ ਦੁਨੀਆ ਦੇ ਮੋਹ ਤੇ ਵਾਸ਼ਨਾ ਵਿੱਚ ਪ੍ਰਵਿਰਤ ਰਿਹਾ। ਆ ਬੁਢੇਪਾ ਸਮਝ ਵੀ ਤੇਰੀ ਕਬਰ ਤਿਆਰ ਹੋ ਗਈ ਏ। ਜਿਵੇਂ ਮੰਨ ਲਓ ਕੋਈ ਗੱਡਾ ਲੱਦਦਾ ਹੋਵੇ, ਕੋਈ ਵਾਹਨ ਉੱਤੇ ਸਮਾਨ ਲੱਦੇ, ਤੇ ਜਦੋਂ ਉਹ ਗੱਡਾ ਲੱਦਿਆ ਜਾਏ, ਭਰਿਆ ਜਾਏ, ਤੇ ਉਹਨੂੰ ਅੱਗੇ ਤੋਰਨਾ ਹੀ ਪੈਂਦਾ ਹੈ। ਇਹ ਜਿਹੜਾ ਬੁਢੇਪਾ ਹੈ, ਗੁਰਮੁਖੋ ਇਹ ਗੱਡਾ ਲੱਦ ਚੁੱਕਾ ਹੈ, ਅੱਜ ਜਾਂ ਕੱਲ੍ਹ ਇਸ ਗੱਡੇ ਨੇ ਅੱਗੇ ਤੁਰ ਪੈਣਾ ਹੈ। ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਬਾਬਾ ਫਰੀਦ ਸਾਹਿਬ ਜੀ ਨੇ,
ਕਹਿੰਦੇ ਨੇ ਜਦੋਂ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਜਦੋਂ ਕਮਾਉਣ ਦਾ ਵੇਲਾ ਸੀ ਉਦੋਂ ਤੂੰ ਦੁਨੀਆ ਦੇ ਵਿੱਚ ਖੱਜ ਸੇ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ। ਇਹ ਤੇਰੀ ਜਿਹੜੀ ਕਬਰ ਹੈ ਇਹ ਪੱਕੀ ਮੁਕੰਮਲ ਹੋ ਗਈ। ਮੌਤ ਮੁਕੰਮਲ ਹੁਣ ਤੇਰੇ ਤੇ ਪੱਕਾ ਆਉਣ ਵਾਲੀ ਹੈ। ਤੇ ਬੁਢੇਪਾ ਇਹ ਵੇ ਕਿ ਤੇਰੀ ਜ਼ਿੰਦਗੀ ਦਾ ਗੱਡਾ ਜਿਹੜਾ ਸੀ ਉਹ ਭਰਿਆ ਪਿਆ ਹੈ, ਹੁਣ ਲੱਦੇ ਹੋਏ ਨੇ, ਅੱਗੇ ਚੱਲਣਾ ਹੈ। ਅੱਜ ਮੈਂ ਕੁਝ ਉਹਨਾਂ ਦੇ ਬਚਨ ਲਏ ਆ ਕਿਉਂਕਿ ਉਹਨਾਂ ਦੇ ਸ਼ਲੋਕ ਇਕੱਠੇ ਆਉਂਦੇ ਆ। ਉਹਦੇ ਵਿੱਚ ਇੱਕ ਬਚਨ ਹੈ ਕਿ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ। ਇਹ ਪਿਛਲੇ ਦਿਨ ਇੱਕ ਦਿਨ ਅਸੀਂ ਪ੍ਰਮਾਣ ਲਿਆ ਸੀ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਇਹ ਦੇਖ ਫਰੀਦ ਕਿ ਤੇਰੇ ਜਿਹੜੇ ਕੇਸ ਨੇ ਦਾੜੇ ਦੇ ਉਹ ਭੂਰੇ ਹੋ ਗਏ, ਪੀਲੇ ਹੋ ਗਏ, ਚਿੱਟੇ ਹੋ ਗਏ। ਇਹਦੇ ਅਰਥ ਇਹ ਕਰਾਂਗੇ ਕਿਉਂਕਿ ਜਦੋਂ ਫਸਲ ਪੱਕਦੀ ਹੈ, ਚਾਹੇ ਭਾਵੇਂ ਝੋਨਾ ਹੋਵੇ, ਜੀਰੀ ਹੋਵੇ, ਕਣਕ ਹੋਵੇ, ਤਕਰੀਬਨ ਆਪ ਜੀ ਦੇਖੋਗੇ ਹਰ ਫਸਲ ਜਿਹੜੀ ਪੱਕਣ ਵਾਲੀ ਹੈ ਉਹਦੇ ਬੂਟੇ ਨੇ, ਉਹਦੇ ਜਿਹੜੇ ਪੱਤੇ ਨੇ ਉਹ ਪੀਲੇਪਨ ਦੀ, ਭੂਰੇਪਨ ਦੀ ਭਾਅ ਮਾਰ ਲੱਗ ਪੈਂਦੇ ਆ। ਇਹਦਾ ਮਤਲਬ ਇਹ ਵੇ ਕਿ ਫਸਲ ਪੱਕ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ। ਅਗਲਾ ਸਮਾਂ ਜਿਹੜਾ ਬਿਲਕੁਲ ਨਜ਼ਦੀਕ ਆ ਗਿਆ। ਪਿੱਛਾ ਰਿਹਾ ਦੂਰ। ਬਚਪਨ ਤੋਂ ਲੈ ਕੇ ਜਿਹੜੇ ਹੁਣ ਦਿਨ ਤੂੰ ਕਮਾਏ ਸਨ ਉਹ ਸਾਰੇ ਦੇ ਸਾਰੇ ਜਿਹੜੇ ਨੇ ਦੂਰ ਰਹਿ ਗਏ। ਮੈਂ ਆਪ ਨੂੰ ਇੱਕ ਅਰਜ਼ ਕੀਤੀ ਸੀ ਇੱਕ ਦਿਨ ਕਥਾ ਕਰਦੇ ਹਾਂ, ਉਹ ਦੁਹਰਾਵਾਂਗਾ ਨਹੀਂ, ਪਰ ਸੱਚ ਇਹ ਵੇ ਕਿ ਇਨਸਾਨ ਉਹ ਜਿਉਂ-ਜਿਉਂ ਬੁਢੇਪੇ ਵੱਲ ਜਾਂਦਾ ਹੈ ਤਿਉਂ-ਤਿਉਂ ਇਹਦੀ ਜਿਹੜੀ ਵਾਸ਼ਨਾ ਪਿਛੇ ਭੋਗੇ ਕੋਈ ਦਿਨ ਨੇ ਇਹਨੂੰ ਪਿਛਾਂ ਖਿੱਚਣ ਦਾ ਯਤਨ ਕਰਦੇ ਆ। ਸਰੀਰ ਅੱਗੇ ਨੂੰ ਜਾ ਰਿਹਾ ਹੈ, ਮਨ ਦੇ ਫੁਰਨੇ ਜਿਹੜੇ ਇਹਨੂੰ ਪਿੱਛੇ ਧੱਕ ਲਿਜਾਂਦੇ ਨੇ। ਇਹਨੂੰ ਜਵਾਨੀ ਚੇਤੇ ਆਉਂਦੀ ਏ, ਇਹਨੂੰ ਬਚਪਨ ਚੇਤੇ ਆਉਂਦਾ ਹੈ। ਉਹ ਵਾਸ਼ਨਾ ਵਿੱਚ ਪ੍ਰਵਿਰਤ ਹੋਏ ਜਿਹੜੇ ਦਿਨ ਨੇ ਇਹਨੂੰ ਦੁਬਾਰਾ ਫਿਰ ਚੇਤੇ ਆਉਣ ਲੱਗ ਪੈਂਦੇ ਨੇ। ਇਹੀ ਕਾਰਨ ਕਿ ਮੰਜੇ 'ਤੇ ਪਿਆ ਹੋਇਆ ਬੰਦਾ ਬੁਢੇਪੇ ਵਿੱਚ ਸੱਚ ਇਹ ਵੇ ਕਿ ਚੱਲ ਵੀ ਨਹੀਂ ਸਕਦਾ। ਇਹਦੇ ਅੰਦਰ ਦੀ ਜਿਹੜੀ ਵਾਸ਼ਨਾ ਹੈ ਉਹ ਉਸੇ ਤਰ੍ਹਾਂ ਨਿਰੰਤਰ ਚੱਲਦੀ ਜੋ ਕੁਝ ਇਹਨੇ ਪਿਛਲੇ ਸਮੇਂ ਵਿੱਚ ਭੋਗਿਆ ਹੈ। ਹਾਲਾਂਕਿ ਉਹ ਸਭ ਕੁਝ ਪਿੱਛੇ ਰਹਿ ਚੁੱਕਾ ਹੈ, ਪਰ ਅੰਦਰ ਉਹ ਚਿੰਤਨ ਖਤਮ ਨਹੀਂ ਹੋਇਆ। ਇਹਦਾ ਕੇਸ ਚਿੱਟੇ ਹੋ ਗਏ। ਇਹੀ ਕਾਰਨ ਮੈਂ ਚਲੋ ਇੱਕ ਦਿਨ ਬੇਨਤੀ ਕੀਤੀ ਸੀ ਕਿ ਬੰਦਾ ਜੇ ਸਰੀਰਕ ਤੌਰ 'ਤੇ ਚਾਹੋ, ਇਹਦੀ ਚਾਹਤ, ਇੱਥੋਂ ਦੇ ਲੋਕ ਰੰਗ ਚਿੱਟਾ ਲੋਚਦੇ ਆ ਚਮੜੀ ਦਾ, ਦੰਦ ਚਿੱਟੇ ਲੋਚਦੇ ਆ ਬੰਦੇ ਦੇ, ਪਰ ਜਦੋਂ ਕੇਸ ਚਿੱਟੇ ਹੋਣ ਲੱਗਦੇ ਨੇ ਬਹੁ ਗਿਣਤੀ 'ਚ ਲੋਕ ਉਹਦੇ ਚਿੱਟੇਪਨ ਨੂੰ ਸਵੀਕਾਰ ਨਹੀਂ ਕਰਦੇ। ਚਮੜੀ ਦਾ ਚਿੱਟਾਪਨ ਸਵੀਕਾਰ ਹੈ ਇਹਨਾਂ ਨੂੰ, ਦੰਦ ਚਿੱਟੇ ਸਵੀਕਾਰ ਨੇ, ਪਰ ਜਦੋਂ ਇਹਨਾਂ ਦੇ ਕੇਸ ਚਿੱਟੇ ਹੋਣ ਲੱਗਦੇ ਆ, ਜਿਹਨੂੰ ਬਾਬਾ ਜੀ ਨੇ ਕਿਹਾ ਦਾੜੀ ਹੋਈ ਭੂਰ, ਉਹ ਵਕਤ ਜਿਹੜਾ ਇਹਨਾਂ ਤੋਂ ਉਹ ਯਤਨ ਕਰਦੇ ਆ ਵੀ ਇਹ ਨਾ ਹੀ ਦੇਖੇ ਜਾਣ। ਤੇ ਮੈਨੂੰ ਇੱਕ ਯਾਦ ਹੈ ਕਿ ਇੱਕ ਹਿੰਦੀ ਦੇ ਕਵੀ ਹੋਏ ਆ ਆਚਾਰੀਆ ਕੇਸ਼ਵ ਦਾਸ। ਉਹਦੀਆਂ 2 ਸਤਰਾਂ ਨੇ, ਬੜਾ ਉਹ ਰੰਗੀਲਾ ਜਿਹਾ ਬੰਦਾ ਸੀ, ਰਸੀਲਾ ਜਿਹਾ। ਉਹਦੀਆਂ 2 ਸਤਰਾਂ ਦਾਸ ਨੇ ਜੋ ਪੜ੍ਹੀਆਂ, ਉਸ ਵਿੱਚ ਉਹਨੇ ਕੇਸਾਂ ਵੱਲ ਵੇਖ ਕੇ ਗੱਲ ਕਹੀ। ਮੈਂ ਫਿਰ ਬੇਨਤੀ ਕਰ ਰਿਹਾ ਵਾਂ ਕਿ ਬੁਢੇਪੇ ਵਿੱਚ ਬੰਦਾ ਆਪਣੀ ਉਮਰ ਲੁਕਾਉਣ ਦਾ ਯਤਨ ਕਰਦਾ ਹੈ, ਤਨ ਦੇ ਸਾਰੇ ਢਾਂਚੇ ਨੂੰ ਬਦਲਣ ਦਾ ਯਤਨ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ ਹੋਏ, ਜਦੋਂ ਫਸਲ ਦਾ ਰੰਗ ਪੀਲਾ ਪੈ ਜਾਏ ਉਦੋਂ ਲਾਵੇ ਆ ਜਾਂਦੇ ਨੇ, ਬੜੀ ਜਲਦੀ ਕਾਮੇ ਆ ਜਾਂਦੇ ਨੇ ਵੱਢਣ ਵਾਸਤੇ, ਤੇ ਉਹ ਫਸਲ ਕਿੰਨੇ ਕੁ ਦਿਨ ਆਪਣੇ ਆਪ ਨੂੰ ਬਚਾ ਸਕੇਗੀ। ਆਪਣੇ ਆਪ ਜ਼ਮੀਨ ਵਿੱਚੋਂ ਖੇਤ ਵਿੱਚ ਡਿੱਗ ਪੈਗੀ। ਕੇਸ਼ਵ ਦਾਸ ਚੱਲਿਆ ਜਾ ਰਿਹਾ ਸੀ, ਮੈਨੂੰ ਅੱਜ ਬੈਠੀ ਯਾਦ ਆ ਗਿਆ ਏ ਕਿ ਤੁਰਿਆ ਜਾ ਰਿਹਾ ਤੇ ਉਹਦੇ ਕੇਸ ਸਨ ਚਿੱਟੇ ਤੇ ਤੁਰੇ ਜਾਂਦੇ ਨੇ। ਔਰਤਾਂ ਬੀਬੀਆਂ ਲੰਘਦੀਆਂ ਸਨ, ਉਹਨਾਂ ਨੇ ਕਿਤੇ ਕਹਿ ਦਿੱਤਾ ਬਾਬਾ ਜੀ, ਸ਼ਬਦ ਬਾਬਾ ਜੀ ਵਰਤਿਆ। ਤੇ ਅਕਸਰ ਤੁਸੀਂ ਦੇਖੋਗੇ, ਮੈਂ ਕੁਝ ਅੱਜ ਦੁਨਿਆਵੀ ਜੀ ਗੱਲ ਜਿਵੇਂ ਕਰ ਰਿਹਾ ਕਿ ਬਹੁਤ ਸਾਰੇ ਲੋਕ ਉਹ ਅੰਕਲ ਜਾਂ ਬਜ਼ੁਰਗ ਸ਼ਬਦ ਬਰਦਾਸ਼ਤ ਨਹੀਂ ਕਰਦੇ ਛੇਤੀ, ਕਿਉਂਕਿ 50 ਤੋਂ ਬਾਅਦ ਜਦੋਂ ਉਮਰ ਢਲਦੀ ਏ ਤੇ ਬੰਦਾ ਮਾਨਸਿਕ ਤੌਰ 'ਤੇ ਉੱਥੇ ਹੀ ਖਲੋਣਾ ਚਾਹੁੰਦਾ ਹੈ। ਉਹ ਉਹੀ ਤਰੀਕ ਚੇਤੇ ਰੱਖਦਾ ਹੈ
ਜਿੰਨਾ ਵੀ ਉਹਨੂੰ ਪੁੱਛੋ, ਮੈਂ ਉਦਣ ਕਿਹਾ, ਉੱਥੇ ਉਹ ਦੁਬਾਰਾ ਉਹੀ ਦਿਨ ਦੱਸੇਗਾ। ਉਹ ਜਦੋਂ ਤੁਰਿਆ ਜਾ ਰਿਹਾ ਹੈ, ਔਰਤਾਂ ਮੁਟਿਆਰਾਂ ਲੰਘੀਆਂ, ਬੀਬੀਆਂ, ਉਹਨਾਂ ਨੇ ਇੰਨਾ ਸ਼ਬਦ ਕਹਿ ਦਿੱਤਾ, ਬਾਬਾ ਜੀ। ਉਸ ਬੰਦੇ ਦੀ ਜਿਵੇਂ ਢਾਹ ਨਿਕਲ ਗਈ। ਉਹਨੇ ਬੜਾ ਇੱਕ ਸੋਹਣਾ ਜਿਹਾ ਲਿਖਿਆ 2 ਸਤਰਾਂ, ਕਹਿੰਦਾ ਕੇਸ਼ਵ ਕੇਸਨ ਅਸ ਕਰੀ। ਕੇਸ਼ਾਂ ਵੱਲ ਝਾਤੀ ਮਾਰ ਕੇ ਕਹਿੰਦਾ ਵੇਖੋ ਕੇਸ਼ਵ ਦਾਸ ਉਹਦਾ ਨਾਮ ਹੈ। ਕਹਿੰਦਾ ਜੋ ਕੁਝ ਕੇਸਾਂ ਨੇ ਕਰ ਦਿੱਤਾ, ਇਹ ਤਾਂ ਦੁਸ਼ਮਣ ਵੀ ਨਹੀਂ ਕਰਦਾ। ਕੀ ਜੀ? ਕੇਸ਼ਵ ਕੇਸਨ ਅਸ ਕਰੀ, ਐਸੀ ਅਰ ਨਾ ਕਰਾਏ। ਅਰ ਦਰ ਤੇ ਦੁਸ਼ਮਣ। ਕੇਸ਼ਵ ਕੇਸਨ ਅਸ ਕਰੀ, ਐਸੀ ਅਰ ਨਾ ਕਰਾਏ। ਚੰਦਰ ਬਦਨ ਮ੍ਰਿਗ ਲੋਚਨੀ, ਬਾਬਾ ਕਹਿ ਜਾਏ। ਕਹਿੰਦਾ ਵੇਖੋ ਕੇਸ ਚਿੱਟੇ ਹੋ ਗਏ, ਲੰਘਦੀਆਂ ਮੁਟਿਆਰਾਂ ਵੀ ਹੁਣ ਮੈਨੂੰ ਬਾਬਾ ਜੀ ਕਹਿ ਕੇ ਜਾ ਰਹੀਆਂ। ਇਹਦਾ ਮਤਲਬ ਮੈਂ ਸਿਰਫ ਸੁਣਾਉਂਦਾ ਸੀ ਕਿ ਏਡਾ ਸਿਆਣਾ ਵਿਦਵਾਨ ਬੰਦਾ ਵੀ, ਉਹ ਜਦੋਂ ਇਹ ਸਮਾਂ ਨੇੜੇ ਆ ਰਿਹਾ, ਉਹ ਵੀ ਕੇਸਾਂ ਦੀ ਗੱਲ ਕਰ ਰਿਹਾ। ਨਹੀਂ ਜੀ, ਇਹਦਾ ਮਤਲਬ ਉਹਨੂੰ ਇਹ ਸ਼ਬਦ ਸਵੀਕਾਰ ਨਹੀਂ। ਭਾਵੇਂ ਉਹਨੇ ਮਜ਼ਾਕ ਵਿੱਚ ਕਿਹਾ ਕੇਸ਼ਵ ਕੇਸਨ ਅਸ ਕਰੀ, ਜੈਸੀ ਅਰ ਨਾ ਕਰਾਏ। ਚੰਦਰ ਬਦਨ ਮ੍ਰਿਗ ਲੋਚਨੀ, ਬਾਬਾ ਕਹਿ ਜਾਏ। ਪਰ ਇਹਦਾ ਮਤਲਬ ਕਿ ਇਹ ਪੜਾਮ ਜ਼ਿੰਦਗੀ ਦਾ ਉਹਨੂੰ ਸਵੀਕਾਰ ਨਹੀਂ ਹੋ ਰਿਹਾ ਛੇਤੀ। ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਜੀ ਇਹ ਬਚਨ ਕਰ ਰਿਹਾ ਕਿ ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ। ਚਿੱਟੀ ਹੋ ਗਈ, ਅੱਗੋਂ ਨੇੜਾ ਆਇਆ, ਪਿੱਛਾ ਰਿਹਾ ਦੂਰ। ਮੌਤ ਨੇੜੇ ਆਉਂਦੀ ਪਈ ਏ। ਪਿਛਲੇ ਦਿਨ ਜਿਹੜੇ ਨੇ ਉਹ ਬਹੁਤ ਦੂਰ ਚਲੇ ਗਏ। ਉਹਨਾਂ ਦਾ ਅਗਲਾ ਇੱਕ ਬਚਨ ਹੋਰ ਹੈ। ਮੈਂ 3-4 ਸ਼ਲੋਕ ਅਜੀ ਇਕੱਠੇ ਉਹਨਾਂ ਦੇ ਲਏ ਆ, ਜਿਹੜੇ ਇਸ ਸ਼ਲੋਕ ਦੀ ਵਿਆਖਿਆ ਲਈ ਸਹਾਇਕ ਨੇ ਕਿ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਖੀਨ। ਕਹੋ ਨਾਨਕ ਇਹ ਬਿਦ ਭਈ, ਤਉ ਨਾ ਹਰ ਅਸਲੀਨ। ਉਸ ਵਿੱਚ ਉਹਨਾਂ ਦਾ ਦੂਜਾ ਸ਼ਲੋਕ ਹੈ। ਉਹਦੇ ਵਿੱਚ ਉਹ ਕਹਿੰਦੇ ਨੇ ਅੱਖੀ ਦੇਖ ਪਤੀਣੀਆਂ। ਪਤੀਣੀਆਂ ਦਾ ਅਰਥ ਪਤਲੀਆਂ ਹੋ ਗਈਆਂ, ਕਮਜ਼ੋਰ ਹੋ ਗਈਆਂ। ਅੱਖਾਂ ਦੀ ਜੋਤ ਹੁਣ ਉਹ ਨਹੀਂ ਰਹੀ ਜਿਹੜੀ ਜਵਾਨੀ ਸੀ। ਅੱਖੀ ਦੇਖ ਪਤੀਣੀਆਂ, ਸੁਣ ਰੀਣੇ ਕੰਨ। ਅੱਖਾਂ ਵੇਖ ਕੇ ਨਜ਼ਰ ਕਮਜ਼ੋਰ ਹੋ ਗਈ। ਸੁਣ ਕੇ ਕੰਨ ਜਿਹੜੇ ਨੇ ਉਹ ਵੀ ਬੋਲੇ ਹੋ ਗਏ, ਰੱਜ ਗਏ। ਇਹਦਾ ਮਤਲਬ ਆਤਮਿਕ ਤੌਰ 'ਤੇ ਰੱਜਣਾ ਨਹੀਂ, ਕਿ ਇਹਨਾਂ ਵਿੱਚ ਸੁਣ ਦੀ ਉਹ ਸ਼ਕਤੀ, ਤਾਕਤ ਨਹੀਂ ਰਹੀ। ਅੱਖੀ ਦੇਖ ਪਤੀਣੀਆਂ, ਸੁਣ ਰੀਣੇ ਕੰਨ। ਅਗਲਾ ਬਚਨ ਹੈ ਸ਼ਾਖ ਪਕੰਦੀ ਆਈਆ। ਕਹਿੰਦੇ ਨੇ ਆਹ ਵੇਖੋ ਟਾਹਣੀਆਂ ਪੱਕ ਗਈਆਂ। ਉਹਨਾਂ ਨੇ ਬਚਨ ਕਿਹਾ, ਜਿਵੇਂ ਕਿਹਾ ਨਾ ਦਾੜੀ ਕੋਈ ਭੂਰ। ਇਸ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਫਲ ਪੱਕ ਜਾਂਦਾ ਹੈ, ਜਦੋਂ ਫਲ ਸੱਚਮੁੱਚ ਪੂਰਨ ਤੌਰ 'ਤੇ ਰਸ ਨਾਲ ਭਰ ਜਾਂਦਾ ਹੈ, ਉਹਨਾਂ ਸ਼ਾਖਾਵਾਂ ਦਾ, ਉਸ ਫਲ ਦਾ ਰੰਗ ਆਪਣੇ ਆਪ ਤਬਦੀਲ ਹੋ ਜਾਂਦਾ ਹੈ। ਦੇਖੋ ਫਰੀਦ, ਆ ਸ਼ਾਖਾਵਾਂ ਪੱਕ ਗਈਆਂ ਤੇ ਇਹਨਾਂ ਦਾ ਰੰਗ ਵੀ ਹੋਰ ਹੋ ਗਿਆ। ਅੱਖੀ ਦੇਖ ਪਤੀਣੀਆਂ, ਸੁਣ ਰੀਣੇ ਕੰਨ। ਸ਼ਾਖ ਪਕੰਦੀ ਆਈਆ, ਹੋਰ ਕਰੇਂਦੀ ਵਨ ਦਾ ਅਰਥ ਹੈ ਰੰਗ। ਕਹਿੰਦੇ ਨੇ ਪਿਆਰਿਆ ਕਿ ਜਿਵੇਂ ਪੱਕੇ ਕੋਈ ਫਲ, ਟਾਹਣੀਆਂ, ਪੱਤੇ ਰੰਗ ਤਬਦੀਲ ਪੈ ਕਰਦੇ ਨੇ। ਅੱਖਾਂ ਪਤਲੀਆਂ ਹੋ ਗਈਆਂ, ਕੰਨ ਦੀ ਸੁਣ ਸ਼ਕਤੀ ਕਮਜ਼ੋਰ ਹੋ ਗਈ। ਆ ਵੇਖ ਹੋਏ ਫਰੀਦ, ਆ ਜਿਹੜਾ ਸਰੀਰ ਦਾ ਸਾਰਾ ਢਾਂਚਾ, ਇਹ ਰੰਗ ਬਦਲ ਗਿਆ, ਝੁਰੜੀਆਂ ਪੈ ਗਈਆਂ, ਮਾਸ ਢਲ ਗਿਆ। ਜਦੋਂ ਬਾਬਾ ਸਾਹਿਬ ਜੀ ਦਾ ਇਹ ਸ਼ਲੋਕ ਦਾਸ ਵਿਚਾਰ ਰਿਹਾ ਸੀ, ਮੇਰੇ ਮਨ 'ਚ ਉਦੋਂ ਇਹ ਖਿਆਲ ਆਇਆ। ਉਦਾਹਰਨ ਤਾਂ ਦੇ ਦਿੱਤੀ ਕਿ ਸ਼ਾਖ ਪਕੰਦੀ ਆਈ ਆ, ਸ਼ਾਖਾਵਾਂ ਪੱਕ ਗਈਆਂ, ਫਲ ਪੱਕ ਗਏ ਦੇ ਅਰਥ ਲਈਏ ਆਪਾਂ, ਭਾਵੇਂ ਲਫ਼ਜ਼ ਤੇ ਫਲ ਨਹੀਂ ਪਾਇਆ। ਹੁਣ ਸ਼ਾਖ ਪਕੰਦੀ ਆਈ ਆ, ਮੈਂ ਕਹਿੰਦਾ ਫਲ ਫਿਰ ਵੀ ਇਨਸਾਨ ਦੇ ਬੁਢੇਪੇ ਨਾਲੋਂ ਚੰਗਾ ਰਿਹਾ। ਫਲ ਘੱਟੋ ਘੱਟ ਜੇ ਰੰਗ ਬਦਲਦਾ ਪਿਆ, ਉਹ ਪੀਲਾ ਹੋ ਰਿਹਾ, ਉਸ ਪੱਕੇ ਹੋਏ ਦਾ ਰੰਗ ਤਬਦੀਲ ਹੁੰਦਾ ਪਿਆ। ਪਰ ਇਹ ਤਾਂ ਪੱਕਾ ਹੈ ਨਾ ਵੀ ਜੇ ਉਹ ਪੱਕ ਰਿਹਾ ਹੈ ਤੇ ਉਹਦੇ ਵਿੱਚ ਓਨੇ ਸਮੇਂ ਵਿੱਚ ਰਸ ਵੀ ਭਰਦਾ ਪਿਆ। ਜੇ ਉਹਦਾ ਰੰਗ ਤਬਦੀਲ ਹੋ ਰਿਹਾ, ਫਿਰ ਮੈਂ ਬੇਨਤੀ ਕਰਾਂ, ਜੇ ਮੰਨ ਲਓ ਅੰਬ ਖਰਾ ਹੈ, ਕੱਚੀ ਬੂਰ ਤੋਂ ਸ਼ੁਰੂ ਹੋਇਆ, ਕੱਚੀ ਅੰਬੀ ਸੀ, ਖੱਟਾ ਮਿੱਠਾ ਹੋ ਗਿਆ, ਖੱਟਾ ਹੋਇਆ, ਖੱਟਾ ਮਿੱਠਾ ਹੋਇਆ, ਪੱਕ ਗਿਆ। ਜਦੋਂ ਪੱਕ ਗਿਆ ਉਹਦਾ ਰੰਗ ਤਬਦੀਲ ਹੋ ਗਿਆ। ਪਰ ਪਿਆਰਿਓ ਮੁਬਾਰਕ ਹੈ ਉਹਦੇ ਰੰਗ ਨੂੰ ਚੇਂਜ ਹੁੰਦਿਆਂ। ਉਹਦੀ ਤਬਦੀਲੀ ਜਿਹੜੀ ਹੈ ਬਹੁਤ ਚੰਗੀ। ਜੇ ਰੰਗ ਉਹਦਾ ਤਬਦੀਲ ਹੋਇਆ ਤੇ ਉਹ ਸਮੇਂ ਨਾਲ ਰਸ ਨਾਲ ਵੀ ਭਰ ਗਿਆ। ਪਰ ਪਿਆਰਿਓ ਬੰਦੇ ਦੀ ਹਾਲਤ ਇਹ ਵੇ, ਇਹਦੇ ਤਨ ਦਾ ਰੰਗ ਤਬਦੀਲ ਹੋ ਜਾਂਦਾ ਹੈ, ਪਰ ਅੰਦਰੋਂ ਨਾਮ ਰਸ ਨਹੀਂ ਭਰਦਾ। ਅੰਦਰੋਂ ਵਾਸ਼ਨਾ ਦੇ ਰਸ ਨਾਲ ਭਰਿਆ ਰਹਿੰਦਾ। ਫਲ
ਪੱਕਦਾ ਰਸ ਨਾਲ ਭਰ ਜਾਂਦਾ, ਇਧਰ ਬੁਢੇਪਾ ਆਉਂਦਾ ਪੱਕਦਾ, ਤੇ ਇਹ ਨਾਮ ਰਸ ਨਾਲ ਕਿੱਥੇ ਭਰਦਾ। ਅਗਲੀ ਬਾਤ ਹੋਰ ਕਿ ਜਦੋਂ ਫਲ ਰਸ ਨਾਲ ਭਰ ਜਾਂਦਾ, ਪੱਕ ਜਾਂਦਾ, ਉਹ ਆਪਣੇ ਆਪ ਟਾਹਣੀ ਤੋਂ ਫਾਸਲਾ ਬਣਾਉਣ ਲੱਗ ਪੈਂਦਾ। ਜੇ ਨਾ ਵੀ ਉਹਨੂੰ ਤੋੜੋ ਉਹਨੇ ਟੁੱਟ ਜਾਣਾ, ਜਦੋਂ ਪੱਕ ਗਿਆ ਉਹ ਟੁੱਟੇਗਾ। ਉਹ ਆਪਣੇ ਆਪ ਟਾਹਣੀ ਤੋਂ ਦੂਰੀ ਬਣਾਉਣ ਲੱਗ ਪੈਂਦਾ ਹੈ, ਕਿਉਂਕਿ ਉਹਨੂੰ ਪਤਾ ਹੈ ਮੈਂ ਮੁਕੰਮਲ ਹੋ ਚੁੱਕਾ, ਮੈਂ ਆਪਣੀ ਮੰਜ਼ਿਲ 'ਤੇ ਪਹੁੰਚ ਚੁੱਕਾ। ਫਰਕ ਫਿਰ ਇੱਥੇ ਹੈ। ਮੈਂ ਤਾਂ ਬੇਨਤੀ ਕੀਤੀ ਕਿ ਉਹ ਭਰਦਾ ਰਸ ਨਾਲ ਤੇ ਰੰਗ ਤਬਦੀਲ ਹੋਇਆ ਪ੍ਰਵਾਨ ਹੈ, ਸਵੀਕਾਰ ਹੈ, ਕਿਉਂਕਿ ਜੇ ਰੰਗ ਚੇਂਜ ਹੋਇਆ ਅੰਦਰ ਵੀ ਰਸ ਨਾਲ ਭਰ ਗਿਆ ਫਲ। ਪਰ ਇੱਥੇ ਕੀ ਹੈ ਕਿ ਰੰਗ ਬਾਹਰ ਦਾ ਚੇਂਜ ਹੋ ਜਾਂਦਾ, ਅੰਦਰ ਵਾਲਾ ਮਨਵਾ ਰਸ ਨਾਲ ਨਹੀਂ ਭਰਦਾ। ਜਿਹਨੂੰ ਗੁਰੂ ਨੇ ਕਿਹਾ ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਅਸਲੀਨ। ਰੰਗ ਚੇਂਜ ਹੋ ਗਿਆ ਪਰ ਅੰਦਰੋਂ ਰਸ ਨਾਲ ਨਹੀਂ ਭਰਿਆ। ਜਦੋਂ ਫਲ ਪੱਕਦਾ ਉਹ ਆਪਣੇ ਆਪ ਟਾਹਣੀ ਤੋਂ ਦੂਰੀ ਬਣਾਉਣ ਲੱਗ ਪੈਂਦਾ। ਇੱਥੇ ਕੀ ਕਰੀਏ, ਜਦੋਂ ਸਰੀਰ ਦਾ ਫਲ ਪੱਕਦਾ ਬਾਹਰ ਮੁਖੀ, ਮੈਂ ਰਸ ਵਾਲੀ ਗੱਲ ਨਹੀਂ ਕਰ ਰਿਹਾ, ਬਾਹਰ ਮੁਖੀ ਪੱਕਦਾ, ਇਹਦੇ ਕੇਸ, ਇਹਦਾ ਸਰੀਰ ਪੱਕਣ ਵਾਲੇ ਪਾਸੇ ਜਾਂਦਾ ਹੈ। ਪਿਆਰਿਓ, ਫਲ ਪੱਕਦਾ ਤੇ ਉਸ ਟਾਹਣੀ ਤੋਂ ਦੂਰੀ ਬਣਾਉਂਦਾ ਹੈ। ਇੱਧਰ ਜਿਉਂ-ਜਿਉਂ ਬੰਦਾ ਪੱਕਦਾ ਤੇ ਤਿਉਂ-ਤਿਉਂ ਮੋਹ ਦੀਆਂ ਤੰਦਾਂ ਵਿੱਚ ਹੋਰ ਫਸਦਾ ਹੈ। ਇਹ ਆਪਣੇ ਆਪ ਛੱਡਣ ਨੂੰ ਤਿਆਰ ਨਹੀਂ ਹੁੰਦਾ, ਇਹਦਾ ਚਿੱਤ ਨਹੀਂ ਕਰਦਾ ਅੱਗੇ ਜਾਣ ਨੂੰ। ਇਸੇ ਕਰਕੇ ਬਾਬਾ ਸਾਹਿਬ ਨੇ ਕਿਹਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਪਕੰਦੀ ਆਈਆ, ਹੋਰ ਕਰੇਂਦੀ ਵੰਨ। ਉੱਥੇ ਇੱਕ ਹੋਰ ਉਹਨਾਂ ਦਾ ਬਚਨ ਨੇ, ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼। ਵੇਖੋ ਫਰੀਦ, ਆਹ ਦਿਨ ਕੈਸੇ ਆ ਗਏ। ਜਿਹੜਾ ਮਿੱਠਾ ਅੱਜ ਦਾ ਸਵਾਦੀ ਸੀ, ਅੱਜ ਉਹ ਜ਼ਹਿਰ ਬਣ ਗਿਆ। ਇਹ ਉਹ ਮਿੱਠਾ ਹੁਣ ਪਚ ਨਹੀਂ ਰਿਹਾ। ਇਹਦਾ ਮਤਲਬ ਜਿਹੜੀ ਖੁਰਾਕ ਅੱਜ ਦੀ ਮਿਠਾਸ ਸੀ, ਭੋਗ ਭੋਗੇ ਸਨ, ਉਹ ਜ਼ਹਿਰ ਬਣ ਗਏ। ਕੱਲਾ ਮੈਂ ਸ਼ੱਕਰ ਦੇ ਅਰਥ ਨਹੀਂ ਕਰਾਂਗਾ ਵੀ ਉਹਨੂੰ ਬੰਦੇ ਨੂੰ ਸ਼ੂਗਰ ਹੋ ਗਈ, ਸ਼ੂਗਰ ਕਰਕੇ ਹੁਣ ਉਹਦੀ ਵਿਸ਼ ਬਣ ਗਈ। ਇੱਥੇ ਸ਼ੱਕਰ ਦੇ ਅਰਥ ਕਰਾਂਗੇ ਕਿ ਜਿੰਨੇ ਵੀ ਇਹਨੇ ਕਾਮੁਕ ਬਿਰਤੀ ਕਹੋ, ਜਿੰਨੀ ਤਰ੍ਹਾਂ ਦੀ ਵਾਸ਼ਨਾ ਇਹਨੇ ਮਾਣੀ ਸੀ ਨਾ ਪਿਆਰਿਓ, ਉਹ ਸਾਰੇ ਤੇ ਸਾਰਾ ਜਿਹੜਾ ਮਿੱਠਾ ਸੀ ਅੱਜ ਉਹ ਜ਼ਹਿਰ ਬਣ ਗਿਆ। ਭੋਗੇ ਕੋਈ ਭੋਗ ਇਸ ਬੰਦੇ ਨੂੰ ਅੱਜ ਤੰਗ ਪੈ ਕਰਦੇ ਆ। ਬਾਬਾ ਸਾਹਿਬ ਨੇ ਕਿਹਾ ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼। ਅੱਜ ਮਿੱਠਾ ਜ਼ਹਿਰ ਬਣ ਗਿਆ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਉਹ ਜਿਹੜਾ ਵਾਸ਼ਨਾ ਦਾ ਰਸ ਸੀ, ਅੱਜ ਬੰਦਾ ਜਿਹੜਾ ਉਹ 'ਚ ਫਸ ਗਿਆ, ਜ਼ਹਿਰ ਤਾਂ ਬਣ ਗਿਆ। ਉਹਦਾ ਵੀ ਕਾਰਨ ਸਰੀਰ ਦੇ ਇੰਦਰੇ ਕੰਮ ਨਹੀਂ ਦੇ ਰਹੇ, ਸਰੀਰ ਨਹੀਂ ਕੰਮ ਦੇ ਰਿਹਾ, ਪਰ ਮੰਜੇ ਤੇ ਪਿਆ ਹੋਇਆ ਉਸ ਭੋਗੇ ਹੋਏ ਨੂੰ ਯਾਦ ਕਰੀ ਜਾ ਰਿਹਾ। ਮੈਂ ਤਾਂ ਬੇਨਤੀ ਕੀਤੀ, ਸਰੀਰ ਅੱਗੇ ਜਾਂਦਾ ਪਿਆ ਤੇ ਮਨ ਜਿਹੜਾ ਉਹ ਫਿਰ ਪਿਛਾਂ ਜਾਂਦਾ ਹੈ ਤੇ ਜਾਂਦਾ ਉਸ ਪਾਸੇ ਵੀ ਜਿਹੜੇ ਰਸ ਮਾਣੇ ਹੋਏ, ਜਿਹੜਾ ਇਹਨੇ ਸੰਸਾਰਕ ਤੌਰ ਤੇ ਮਾਣਿਆ ਹੈ ਰਸ। ਬਾਬਾ ਸਾਹਿਬ ਨੇ ਕਿਹਾ ਵੇਖ ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼। ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ, ਕਿਸ ਕੋਲ ਅੰਦਰ ਦੀ ਵੇਦਨਾ ਸਾਂਝੀ ਕਰਾਂ ਆਪਣੇ ਸਾਈਂ ਤੋਂ ਬਿਨਾ, ਆਪਣੇ ਮਾਲਕ ਤੋਂ ਬਿਨਾ। ਉਹਨਾਂ ਦਾ ਇੱਕ ਬਚਨ ਹੋਰ ਕਹਿ ਕੇ ਮੈਂ ਤਾਂ ਬੇਨਤੀ ਕੀਤੀ, ਅੱਗੇ ਅਰਜ਼ ਕਰਾਂਗਾ। ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਕੀਨ। ਆਹ ਹਵਾਲਤ ਬਣ ਗਈ ਤੇ ਇਹ ਬਣਨੀ ਹੈ, ਇਹ ਸਭ ਨਾਲ ਬਣੇਗੀ ਜਿਉਂ-ਜਿਉਂ ਬੁਢੇਪਾ ਆਉਂਦਾ ਇਨਸਾਨ ਤੇ। ਹਜ਼ੂਰ ਦਾ ਇੱਕ ਬਚਨ ਹੋਰ ਹੈ, ਕਹਿਣ ਲੱਗੇ ਬੁੱਢਾ ਹੋਵਾ ਸ਼ੇਖ ਫਰੀਦ, ਸਿਰ ਕੰਪਿਓ। ਮੈਂ ਕਈ ਵਾਰੀ ਜਦੋਂ ਉਹਨਾਂ ਦੀ ਰਚਨਾ ਪੜ੍ਹਨਾ, ਚਾਰ ਸ਼ਬਦ ਪੜ੍ਹਨਾ, ਉਹਨਾਂ ਦੇ ਸ਼ਲੋਕ ਪੜ੍ਹਨਾ, ਮੈਂ ਕਹਿੰਦਾ ਜਿਸ ਬੰਦੇ ਦਾ ਅੰਦਰ ਦਰੁਸਤ ਨਹੀਂ ਨਾ, ਛੇਤੀ ਮੰਨਦਾ ਨਹੀਂ ਨਾ, ਦੁਨੀਆ ਦੀਆਂ ਰੰਗ ਰਲੀਆਂ ਵਿੱਚ ਪ੍ਰਵਿਰਤ ਹੈ। ਉਂਝ ਤਾਂ ਸਾਰੀ ਬਾਣੀ ਮਿਸ਼ਰੀ ਦਾ ਪਹਾੜ ਹੈ। ਜਿੱਥੋਂ ਵੀ ਆਪਾਂ ਚੱਖਾਂਗੇ ਨਾ ਉਹਦੇ ਵਿੱਚ ਮਿਠਾਸ ਹੀ ਮਿਠਾਸ ਹੈ, ਪਰ ਬੰਦੇ ਦੀ ਜਗਿਆਸਾ ਹੋਵੇ। ਪਰ ਖਾਸ ਕਰਕੇ ਜਿਹੜਾ ਮਨ ਨਹੀਂ ਨਾ ਮੰਨਦਾ ਪਿਆ, ਇਹਨੂੰ ਝੰਜੋੜਾ ਦੇਣ ਦੇ ਲਈ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਤੇ ਦੂਜੇ ਬਾਬੇ ਫਰੀਦ ਦੇ ਸ਼ਲੋਕ, ਸ਼ੇਖ ਬਾਬਾ ਫਰੀਦ ਸਾਹਿਬ ਦੇ ਸ਼ਲੋਕ। ਇਹ ਕਿਤੇ ਦੋ ਰਚਨਾਵਾਂ, ਜਿਵੇਂ ਆਪਾਂ ਸਹਿਜ ਪਾਠ ਕਰਨੇ ਆ ਜਾਂ ਰੋਜ਼ ਬਾਣੀ ਪੜ੍ਹਨੇ ਆ, ਜਦੋਂ ਕਿਤੇ ਮਨ ਅਵੈੜਾ ਤੰਗ ਕਰਦਾ ਹੋਵੇ ਉਦੋਂ ਇਹਨਾਂ ਸ਼ਲੋਕਾਂ ਦਾ ਪਾਠ ਕਰੇ, ਇਹਨੂੰ ਸਮਝ ਪੈ ਜਾਏਗੀ, ਇਹਨੂੰ ਥੋੜ੍ਹਾ ਜਿਹਾ ਅੰਦਰੋਂ ਪਤਾ ਲੱਗ ਜਾਏ ਵੀ ਮਨਾ ਤੂੰ ਕਰ ਕੀ ਰਿਹਾ ਤੇ ਤੇਰੇ ਨਾਲ ਹੋਣਾ ਕੀ ਹੈ। ਬਾਬਾ ਸਾਹਿਬ ਦਾ ਮੈਂ ਬਚਨ ਇਸ ਕਰਕੇ ਲਿਆ, ਉਹ ਕਹਿੰਦੇ ਨੇ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ। ਅੱਜ ਸਰੀਰ ਜਿਹੜਾ ਉਹ ਕੰਬਦਾ ਪਿਆ, ਸਿਰ ਕੰਪਿਓ ਪੱਗ ਡਗਮਗੇ।
ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ। ਜੇ ਤੂੰ ਸੈਂਕੜੇ ਸਾਲ ਜਿੰਦਾ ਰਹੇ, 100 ਸਾਲ ਤੋਂ ਉੱਪਰ ਵੀ ਜਿਵੇਂ, ਪੀ ਤਨ ਹੋਸੀ ਖੇ। ਜਿਸ ਸਰੀਰ ਦਾ ਤੂੰ ਮਾਣ ਕਰਨੇ ਫਰੀਦ, ਇਸ ਤਨ ਨੇ ਇੱਕ ਦਿਨ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ ਹੈ। ਮੈਂ ਆਪ ਨੂੰ ਬੇਨਤੀ ਫਿਰ ਕਰ ਲੱਗਾ ਕਿ ਜਿਹੜੇ ਭੋਗ ਭੋਗੇ ਨੇ ਬੰਦੇ ਨੇ, ਉਹ ਭੋਗ ਇਸ ਬੰਦੇ ਦੇ ਅੰਦਰ ਨੂੰ ਟਿਕਣ ਨਹੀਂ ਦਿੰਦੇ। ਉਹ ਤ੍ਰਿਸ਼ਨਾ, ਉਹ ਅੰਦਰ ਦੇ ਫੁਰਨੇ, ਉਹ ਅੰਦਰ ਦੇ ਖਿਆਲਾਤ ਇਨਸਾਨ ਦੇ ਅੰਦਰ ਨੂੰ ਬੁਢੇਪੇ ਵਿੱਚ ਗਏ ਹੋਏ ਵੀ ਉਹ ਸਤਾਈ ਜਾਂਦੇ ਨੇ। ਅਤੇ ਮੇਰਾ ਖਿਆਲ ਨੌਜਵਾਨ ਜੇ ਕੋਈ ਸੁਣੇਗਾ ਉਹਨੂੰ ਨਹੀਂ ਅੱਜ ਸਮਝ ਪੈਣੀ। ਉਹਦਾ ਕਾਰਨ ਹੈ ਕਿਉਂਕਿ ਉਹਦੇ 'ਤੇ ਅਵਸਥਾ ਆਈ ਨਹੀਂ। ਅਤੇ ਜਿਹੜੇ ਬੰਦੇ ਖਾਸ ਕਰਕੇ ਬਜ਼ੁਰਗ ਨੇ, ਮਹਿਸੂਸ ਨਾ ਕਰਨ, ਉਹ ਸੁਣਦੇ ਹੋਣਗੇ ਅਤੇ ਕਿਤੇ ਨਾ ਕਿਤੇ ਧੁਰ ਅੰਦਰ ਆਪਣੇ ਮਨ ਵਿੱਚ ਜਾਂ ਆਪਣੇ ਅੰਦਰ ਦੀ ਇਸ ਗਿਰਵਾਨ ਵਿੱਚ ਉਹ ਝਾਤੀ ਜ਼ਰੂਰ ਮਾਰਨਗੇ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਕੋਈ ਸਾਡੇ ਨਾਲ ਵਾਪਰ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਉਹ ਬੀਤੀਆਂ ਹੋਈਆਂ ਯਾਦਾਂ, ਸਰੀਰ ਢਲ ਗਿਆ ਪਰ ਉਹ ਜਿਹੜੀਆਂ ਯਾਦਾਂ ਨੇ ਜਾਂ ਉਹ ਰਸ ਮਾਣੇ ਨੇ, ਉਹ ਬੰਦੇ ਦੇ ਅੰਦਰ ਨੂੰ ਫਿਰ ਟਿਕਣ ਵੀ ਨਹੀਂ ਦਿੰਦੇ ਪਏ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬਚਨ ਹੈ ਬਾਬਾ ਸਾਹਿਬ ਜੀ ਦਾ, ਕਬੀਰ ਸਾਹਿਬ ਜੀ ਦਾ, ਕਹਿਣ ਲੱਗੇ ਕਿ ਸਰੀਰ ਸਾਰਾ ਥੱਕ ਗਿਆ, ਕਾਇਆ ਥੱਕ ਗਈ ਹੈ, ਪਰ ਜਿਹੜੀ ਅੰਦਰ ਵਾਲੀ ਵਾਸ਼ਨਾ ਦੀ ਭੁੱਖ ਸੀ ਉਹ ਅਜੇ ਵੀ ਥੱਕੀ ਨਹੀਂ। ਉਹ ਉਸੇ ਤਰ੍ਹਾਂ ਹੀ ਅੰਦਰ, ਜਿਹੜੀ ਮਨੁੱਖ ਦੇ ਅੰਦਰ ਆਪਣਾ ਪੂਰਾ ਪ੍ਰਭਾਵ ਪਾ ਕੇ ਬੈਠੀ ਹੈ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਿਹਨੂੰ ਅੱਜ ਗੁਰੂ ਜੀ ਕਹਿ ਰਿਹਾ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਦੇਖੀ। ਇਸ ਨੂੰ ਭਗਤ ਜੀ ਕਹਿ ਰਿਹਾ, ਥਾਕੇ ਨੈਣ, ਅੱਖਾਂ ਥੱਕ ਗਈਆਂ, ਕਮਜ਼ੋਰ ਹੋ ਗਈਆਂ। ਸਰਵਣ ਸੁਣ ਥਾਕੇ, ਕੰਨ ਜਿਹੜੇ ਨੇ ਉਹ ਸੁਣ ਸੁਣ ਕੇ ਥੱਕ ਗਏ। ਜਿਵੇਂ ਮੈਂ ਅੱਗੇ ਅਰਜ਼ ਕੀਤੀ, ਥਾਕੀ ਸੁੰਦਰ ਕਾਇਆ, ਸਰੀਰ ਦਾ ਸਾਰਾ ਢਾਂਚਾ ਜਿਹੜਾ ਉਹ ਅੱਜ ਥੱਕ ਗਿਆ। ਨਾ ਹੱਥਾਂ ਵਿੱਚੋਂ ਪਕੜ ਦੀ ਤਾਕਤ ਰਹੀ, ਨਾ ਪੈਰਾਂ ਵਿੱਚ ਚੱਲਣ ਦੀ ਤਾਕਤ ਰਹੀ, ਨਾ ਗੋਡਿਆਂ ਵਿੱਚੋਂ ਸਮਰੱਥਾ ਰਹੀ, ਨਾ ਹੁਣ ਚੌਂਕੜਾ ਮਾਰਿਆ ਜਾਂਦਾ, ਨਾ ਤੁਰਿਆ ਜਾਂਦਾ, ਨਾ ਬੈਠਾ ਜਾਂਦਾ। ਕਹਿੰਦੇ ਨੇ ਇਹ ਦੇਖੋ ਬੰਦੇ ਦਾ ਪੂਰਾ ਸਰੀਰ ਥੱਕ ਗਿਆ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਿਹੜੀ ਕਾਇਆ ਅੱਤ ਦੀ ਸੋਹਣੀ ਸੀ ਅੱਜ ਉਹ ਵੀ ਥੱਕ ਗਈ। ਇਹਦਾ ਮਤਲਬ ਸੁਹੱਪਣ ਉਹਦਾ ਚਲਾ ਗਿਆ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ, ਜਰਾ ਦਰ ਤੇ ਬੁਢੇਪਾ, ਹਾਕ ਦਰ ਤੇ ਆਵਾਜ਼ ਮਾਰਨੀ। ਬੁਢੇਪੇ ਨੇ ਜਦੋਂ ਆਵਾਜ਼ ਮਾਰੀ, ਇਹਦਾ ਮਤਲਬ ਜਦੋਂ ਬੁਢੇਪਾ ਆਇਆ ਕਿ ਹਰ ਚੀਜ਼ ਥੱਕ ਗਈ, ਅੱਖਾਂ ਥੱਕੀਆਂ, ਕੰਨ ਥੱਕੇ, ਪੈਰ ਥੱਕੇ, ਬੁਢੇਪੇ ਨੇ ਆਵਾਜ਼ ਮਾਰੀ। ਪਰ ਕਬੀਰ ਸਾਹਿਬ ਕਹਿੰਦਾ, ਅੰਦਰ ਵਾਲੀ ਤ੍ਰਿਸ਼ਨਾ ਨੂੰ ਪੁੱਛ ਕੇ ਦੇਖੋ, ਜਿਹੜੀ ਮਨ ਦੇ ਵਿੱਚ ਦਰਿਆ ਦੀ ਤਰ੍ਹਾਂ ਨਿਰੰਤਰ ਚੱਲਦੀ ਪਈ ਏ, ਇਸ ਭੈੜੀ ਤ੍ਰਿਸ਼ਨਾ ਨੇ ਅਜੇ ਨਹੀਂ ਥੱਕੀ। ਇਹ ਅਜੇ ਵੀ ਮੰਜੀ ਤੇ ਬੈਠੀ ਕੋਈ ਅੰਦਰ ਆਪਣਾ ਪੂਰਾ ਜ਼ੋਰ ਦਿਖਾਉਂਦੀ ਪਈ ਹੈ। ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ। ਜਰਾ ਹਾਕ ਦੀ ਸਭ ਮਤ ਥਾਕੀ। ਅਕਲ ਵੀ ਥੱਕ ਗਈ। ਅਕਲ ਵੀ ਜਿਹੜੀ ਹੈ ਉਹਨੂੰ ਸਮਝ ਨਹੀਂ ਰਹੀ। 70 72 ਕਹਿਣ ਲੱਗ ਪਿਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਸਰੀਰ ਥੱਕ ਗਿਆ, ਅਕਲ ਥੱਕ ਗਈ, ਪਰ ਤੁਰ ਅੰਦਰ ਜਿਹੜੇ ਸੁਰਤ ਵਿੱਚ ਫੁਰਨੇ ਚੱਲਦੇ ਪਏ ਨੇ, ਉਹ ਭਾਵੇਂ ਮੰਜੇ ਤੇ ਬੈਠਾ ਖਿਆਲ ਉਹੀ ਚੱਲਦੇ ਪਏ ਨੇ ਜਿਹੜੇ ਪਹਿਲਾਂ ਇਹਨਾਂ ਭੋਗਿਆ ਹੈ। ਮਹਾਰਾਜ ਕਹਿੰਦੇ, ਜਰਾ ਹਾਥ ਦੀ ਸਮ ਥਾਕੀ, ਏਕ ਨਾ ਥਾਕ ਸਮਾਇਆ। ਇੱਕ ਮਾਇਆ ਜਿਹੜੀ ਉਹ ਨਹੀਂ ਥੱਕੀ, ਉਹ ਅੰਦਰ ਚੱਲਦੀ ਪਈ ਹੈ। ਕਿਸੇ ਸੱਜਣ ਨੇ ਇਸ ਗੱਲ ਨੂੰ ਸਮਝਾਉਣ ਲਈ ਇੱਕ ਉਦਾਹਰਨ ਦਿੱਤੀ ਹੈ। ਉਹ ਕਹਿੰਦੇ ਨੇ, ਕੋਈ ਹੈ ਤਾਂ ਕਹਾਣੀ ਨਾ, ਅਤੇ ਮੈਂ ਇਸ ਕਰਕੇ ਵਿੱਚ ਕਹਾਣੀ ਜਾਂ ਸਾਖੀ ਦਾ ਸਹਾਰਾ ਲੈਂਦਾ ਵਾਂ, ਕਿਉਂਕਿ ਮੈਨੂੰ ਕਿਹਾ ਜਾਂਦਾ ਵੀ ਜ਼ਰੂਰ ਸਮਝਾਉਣ ਲਈ ਕੋਈ ਨਾ ਕੋਈ ਸਾਖੀ ਜਾਂ ਕਹਾਣੀ ਜ਼ਰੂਰ। ਇਸ ਕਰਕੇ ਨਹੀਂ ਵੀ ਮੈਂ ਖੱਬੇ ਸੱਜੇ ਜਾਣਾ ਚਾਹੁੰਦਾ। ਕਹਿੰਦੇ ਨੇ, ਕੋਈ ਸ਼ਾਹੂਕਾਰ ਬਿਮਾਰ ਹੋ ਗਿਆ, ਬਜ਼ੁਰਗ ਸੀ, ਮੰਜੇ ਤੇ ਪਿਆ, ਅਤੇ ਉਹ ਕੰਜੂਸ ਇੰਨਾ ਸੀ, ਉਸ ਬੰਦੇ ਨੇ ਆਪਣੀ ਜ਼ਮੀਨ ਜਾਇਦਾਦ ਜੋ ਕੋਈ ਸੀ ਨਾ, ਉਹਦਾ ਭੇਦ ਕਿਸੇ ਪੁੱਤਰ, ਧੀ, ਨੂੰਹ, ਪੋਤੇ ਕਿਸੇ ਨੂੰ ਨਹੀਂ ਦਿੱਤਾ। ਜੋ ਦਿਸਦਾ ਪਿਆ ਸੀ, ਪਰ ਇਹ ਸਭ ਨੂੰ ਪਤਾ ਸੀ ਵੀ ਇਹਦੇ ਕੋਲ ਬਹੁਤ ਕੁਛ ਹੈ। ਬਜ਼ੁਰਗੀ ਦੀ ਅਵਸਥਾ, ਮਰਨ ਕਿਨਾਰੇ ਆਇਆ ਹੈ,
ਤੇ ਉਹ ਜਦੋਂ ਥੋੜੀ ਜਿਹੀ ਇੱਕ ਦਿਨ ਹੋਸ਼ ਆਈ, ਉਹਦੇ ਪੁੱਤਰ, ਮੈਂ ਫਿਰ ਬੇਨਤੀ ਕਰਾਂਗਾ ਸਿਰਫ ਇੱਕ ਕਹਾਣੀ ਹੈ ਸਮਝਣ ਲਈ, ਉਹਦੇ ਪੁੱਤਰ, ਉਹਦੀਆਂ ਨੂੰਹਾਂ, ਉਹਦੇ ਪੋਤੇ ਕੋਲ ਖਲੋਤੇ ਸਨ। ਤੇ ਉਹ ਬਜ਼ੁਰਗ ਨੂੰ ਜਦੋਂ ਥੋੜੀ ਜਿਹੀ ਹੋਸ਼ ਆਈ, ਅੱਖਾਂ ਖੁੱਲੀਆਂ, ਤੇ ਉਹਦਾ ਧਿਆਨ ਸਾਹਮਣੇ ਗਿਆ, ਖੱਬੇ ਸੱਜੇ ਪੁੱਤਰ ਨਹੀਂ ਵੇਖੇ, ਨੂੰਹਾਂ ਨਹੀਂ ਦੇਖੀਆਂ, ਤੇ ਉਹਦੀ ਜ਼ਬਾਨ ਤੋਂ ਇੱਕੋ ਸ਼ਬਦ ਨਿਕਲਿਆ, ਜਿਵੇਂ ਬੰਦਾ ਹੂਕ ਲੈ ਕੇ ਕਹਿੰਦਾ ਭਾ ਜਾ। ਸੁਣਿਓ ਬੇਨਤੀ, ਭਾ ਜਾ। ਉਹ ਭਾ ਸ਼ਬਦ ਕਹੇ ਤੇ ਜਾ ਕਹੇ, ਤੇ ਉਹਦੀ ਆਵਾਜ਼ ਨਾ ਪੂਰੀ ਗਲੇ 'ਚ ਨਿਕਲੇ, ਭਾ ਜਾ। ਸਬਤ ਪਤਾਲ ਕੀ ਬਾਣੀ ਹੋਈ। ਉਹ ਬੱਚੇ ਸੋਚਣ ਲੱਗ ਪਏ ਵੀ ਬਾਬਾ ਜਿਹੜਾ ਨਾ ਕੋਈ ਇਹ ਬਜ਼ੁਰਗ ਸਾਡਾ ਕੋਈ ਨਾ ਕਿਸੇ ਖਜ਼ਾਨੇ ਦੀ ਗੱਲ ਕਰ ਰਿਹਾ, ਪਰ ਵਾਕ ਨਹੀਂ ਪੂਰਾ ਹੁੰਦਾ ਪਿਆ, ਇਹ ਮੁਕੰਮਲ ਤੌਰ 'ਤੇ ਦੱਸ ਨਹੀਂ ਸਕਦਾ। ਇਹ ਜਦੋਂ ਸ਼ਬਦ ਵਰਦਾ ਪਿਆ ਭਾ ਜਾ, ਇਹ ਕੀ ਕਹਿਣਾ ਚਾਹੁੰਦਾ ਸਾਨੂੰ ਸਮਝ ਨਹੀਂ ਪੈ ਰਹੀ। ਉਹ ਬੜਾ ਰੁਕ ਰੁਕ ਕੇ ਕਹੇ ਭਾ ਜਾ। ਉਹ ਨਾ ਕਿਹਾ ਵੀ ਹੁਣ ਕੁਝ ਨਾ ਕੁਝ ਕਰੋ, ਇਹ ਵਾਕ ਤਾਂ ਪੂਰਾ ਕਰ ਜਾਏ, ਮਰਨ ਤੋਂ ਪਹਿਲਾਂ ਦੱਸ ਤਾਂ ਜਾਏ। ਉਹਨਾਂ ਨੇ ਇੱਕ ਵੈਦ ਬੁਲਾ ਲਿਆ ਜਾਂ ਡਾਕਟਰ ਬੁਲਾਇਆ। ਉਹ ਕਹਿੰਦੇ ਨੇ ਵੀ ਇਹ ਬੋਲਦਾ ਹੈ ਹੌਕਾ ਲੈ ਕੇ, ਭਾ ਜਾ ਕਹਿੰਦਾ, ਇਹ ਪਤਾ ਨਹੀਂ ਲੱਗਦਾ ਭਾ ਵੱਖਰਾ ਕਹਿੰਦਾ, ਜਾ ਵੱਖਰਾ ਕਹਿੰਦਾ, ਇਹ ਵਾਕ ਪੂਰਾ ਕਰ ਸਕਦਾ ਕਿਤੇ ਬੋਲ ਕੇ? ਉਹਨੇ ਕਿਹਾ ਵੀ ਹਾਂ ਕਰ ਜਾਏਗਾ, ਵੀ ਇਹਨੂੰ ਇੰਜੈਕਸ਼ਨ ਦੇਣਾ ਪੈਣਾ ਜਾਂ ਦਵਾਈ ਦੇਵਾਂਗੇ, ਇੰਨੇ ਪੈਸੇ ਲੱਗਣਗੇ। ਉਹ ਕਹਿੰਦੇ ਚਲੋ ਕੋਈ ਨਹੀਂ, ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਘੱਟੋ ਘੱਟ ਵਾਕ ਤਾਂ ਪੂਰਾ ਕਰ ਜਾਏ, ਇਹ ਸਮਝ ਤਾਂ ਪੈ ਜਾਏ ਸਾਨੂੰ ਕਹਿਣਾ ਕੀ ਚਾਹੁੰਦਾ, ਤੇ ਸਾਨੂੰ ਪਤਾ ਹੈ ਇਹਦੇ ਵਿੱਚ ਕੁਝ ਨਾ ਕੁਝ ਸਾਨੂੰ ਦੇ ਕੇ ਜਾਏਗਾ। ਕਹਿੰਦੇ ਨੇ ਇਹ ਸਾਰੇ ਖਲੋਤੇ, ਉਹਨੇ ਇੰਜੈਕਸ਼ਨ ਲਾਇਆ, ਉਹਨੂੰ ਸੱਚੀ ਮੁੱਚੀ ਹੋਸ਼ ਆ ਗਈ। ਉਹ ਜਿਹੜਾ ਸ਼ਬਦ ਕਹਿੰਦਾ ਸੀ ਭਾ ਜਾ, ਸਾਰਿਆਂ ਦਾ ਕੰਨ ਮੂੰਹ ਉਧਰ ਸਨ ਵੀ ਹੁਣ ਬਾਬਾ ਬੋਲ ਕੇ ਕੀ ਕਹੇਗਾ। ਉਹ ਥੋੜਾ ਜਿਹਾ ਉੱਪਰ ਉੱਠਿਆ, ਉਹਨੂੰ ਤਾਕਤ ਮਿਲੀ, ਉਹ ਪਤਾ ਕੀ ਕਹਿੰਦਾ। ਭਾ ਜਾ ਦਾ ਮਤਲਬ ਸੀ, ਉਹ ਕਹਿੰਦਾ ਬੇਵਕੂਫੋ, ਮੇਰੇ ਸਾਹਮਣੇ ਖਲੋਤੇ, ਸਾਹਮਣੇ ਬਛੜਾ ਝਾੜੂ ਖਾ ਗਿਆ। ਉਹ ਭਾ ਨੂੰ ਬਛੜਾ ਤੇ ਝਾ ਨੂੰ ਝਾੜੂ ਕਹਿ ਰਿਹਾ ਸੀ। ਉਹ ਸਾਹਮਣੇ ਕਿਤੇ ਗਾਂ ਸੂਈ ਸੀ, ਉਹਦਾ ਬੱਚਾ ਸੀ, ਤੇ ਝਾੜੂ ਪਿਆ ਸੀ, ਉਹ ਝਾੜੂ ਮੂੰਹ 'ਚ ਪਾ ਕੇ ਜਿਵੇਂ ਖਾਈ ਜਾ ਰਿਹਾ, ਤੀਲੇ ਜਿਹੜੇ ਸਨ ਚਬਾ ਰਿਹਾ। ਉਹ ਕਹਿੰਦਾ ਮੇਰੇ ਸਰਾਣੇ ਕੀ ਖਲੋਤੇ ਹੋ, ਇਹਨਾਂ ਨੁਕਸਾਨ ਹੋ ਗਿਆ, ਮੈਂ ਤੁਹਾਨੂੰ ਕਿੰਨੀ ਦੇਰ ਦਾ ਕਹਿ ਰਿਹਾ ਭਾ ਜਾ। ਉਹ ਸਾਹਮਣੇ ਦੇਖੋ ਬਛੜਾ ਝਾੜੂ ਖਾ ਗਿਆ। ਯਾਦ ਰੱਖਿਓ, ਬੰਦਾ ਮਰਦੇ ਸਮੇਂ ਵੀ ਝਾੜੂ ਹੀ ਸਾਂਭਦਾ ਫਿਰਦਾ। ਕਹਾਣੀ ਜਿਸ ਨੇ ਵੀ ਲਿਖੀ, ਗੱਲ ਬੜੀ ਸੋਹਣੀ ਕੀਤੀ। ਮੈਨੂੰ ਇੱਥੇ ਫਿਰ ਇੱਕ ਯਾਦ ਆਇਆ, ਭਾਵਰ ਸਿਮਰਤ ਗ੍ਰੰਥ ਹੈ, ਉਸ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਹੈ, ਜਾਂ ਉਹਨਾਂ ਦਾ ਇੱਕ ਬੜਾ ਸੋਹਣਾ ਸੁਖਨ ਹੈ। ਉਸ ਵਿੱਚ ਇੱਕ ਆਦਮੀ ਆਪਣੇ ਸਰੀਰ ਨਾਲ ਗੱਲਾਂ ਕਰਦਾ। ਮੈਂ ਇਹ ਕਹਿ ਰਿਹਾ, ਸਿਰ ਕੰਪਿਓ ਪੱਗ ਡਗਮਗੇ, ਜੋਤ ਨੈਣ ਜੋਤ ਤੇ ਹੀ। ਬੰਦਾ ਮੰਜੇ ਤੇ ਪਿਆ ਤੇ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਪਹਿਲਾਂ ਤੋਂ ਆਪਣੇ ਸਰੀਰ ਨੂੰ ਦੇਖਦਾ। ਇਹ ਨੈਗੇਟਿਵ ਨਾਲ ਜਾਇਓ, ਢੈਂਦੀ ਕਲਾਂ ਨਾਲ ਜਾਇਓ, ਮੈਂ ਅੱਗੇ ਬੇਨਤੀ ਵੀ ਕਰਾਂਗਾ, ਡਿੱਗਦਿਆਂ ਫਿਰ ਬਾਣੀ ਸਾਨੂੰ ਚੁੱਕੇਗੀ। ਪਰ ਇੱਕ ਪੱਖ ਤਾਂ ਰੱਖਣਾ ਪਏਗਾ ਨਾ ਵੀ ਜਿਹੜਾ ਸਬਜੈਕਟ ਚੱਲਦਾ ਹੈ। ਮੈਂ ਇਸ ਕਰਕੇ ਕਹਿੰਦਾ ਵੀ ਯਤਨ ਮੈਂ ਜ਼ਿੰਦਗੀ 'ਚ ਇਹ ਕੀਤਾ ਹੈ ਵੀ ਜੋ ਗੁਰੂ ਕਹਿੰਦਾ ਹੈ, ਆਪਣੀ ਮੱਤ ਨੂੰ ਰਲਾ ਕੇ ਮੱਤ ਗੱਲ ਕਰੀਏ। ਜੋ ਗੁਰੂ ਸ਼ਬਦ ਕਹਿੰਦਾ ਉਹਨੂੰ ਆਪਣੀ ਮੱਤ ਵਿੱਚ ਵਸਾਉਣ ਦਾ ਯਤਨ ਕਰੀਏ। ਇਸ ਕਰਕੇ ਮੈਂ ਸਬਜੈਕਟ ਤੋਂ ਨਿਕਲਣ ਦਾ ਯਤਨ ਨਹੀਂ ਕਰਦਾ। ਉਹ ਮੰਜੇ ਤੇ ਪਿਆ, ਆਪਣੇ ਤਨ ਨੂੰ ਪੁੱਛਦਾ। ਉਹ ਤਨ ਦੇ ਜਿਹੜੇ ਸਰੀਰ ਦੇ ਇੰਦਰੀ ਨੇ ਉਹਨਾਂ ਨੂੰ ਯਾਦ ਕਰਦਾ ਹੈ, ਤੇ ਫਿਰ ਨਾਲ ਸੋਚ ਕੇ ਕਹਿੰਦਾ ਹੈ, ਖਿਆਲ ਨੇ ਜੀ, ਕਹਾਣੀ ਨਹੀਂ ਹੈ। ਭਾਵਰ ਸਿਮਰਤ ਗ੍ਰੰਥ ਦਾ ਕਰਤਾ ਕਹਿੰਦਾ ਹੈ ਕਿ ਸਰੀਰ ਨੂੰ ਪੁੱਛਦਾ ਹੈ, ਹੱਥ ਵੇਖਦਾ ਹੈ, ਪੈਰ ਵੇਖਦਾ ਹੈ ਬੈਠਾ ਹੋਇਆ, ਤੇ ਨਾਲ ਫੁਰਨੇ ਬਣਾਉਂਦਾ ਵੀ ਇਹਨਾਂ ਹੱਥਾਂ 'ਚ ਕਿੰਨੀ ਤਾਕਤ ਸੀ, ਇਹਨਾਂ ਗੋਡਿਆਂ 'ਚ, ਇਹਨਾਂ ਪੈਰਾਂ 'ਚ ਕਿੰਨੀ ਤਾਕਤ। ਇਹ ਇਕੱਲਾ ਉਹਨੇ ਨਹੀਂ ਕਿਹਾ, ਬਾਬਾ ਸਾਹਿਬ ਨੇ ਦੋ ਥਾਵਾਂ 'ਤੇ ਕਿਹਾ, ਫਰੀਦ ਨੇ। ਉਹ ਕਹਿੰਦੇ ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ। ਇਹ ਪਿਛਲੇ ਦਿਨੀ ਅਰਜ਼ ਕੀਤੀ ਸੀ। ਚੱਬਣ ਦੰਦ ਨਿਕਲ ਗਏ, ਪੈਰਾਂ ਵਾਲੀ ਜਿਹੜੇ ਚੱਲਣ ਦੀ ਤਾਕਤ ਸੀ ਉਹ ਤਾਕਤ ਮੁੱਕ ਗਈ। ਰਤਨਾਂ ਵਰਗੇ ਚਮਕਦੇ ਹੋਏ ਅੱਖਾਂ ਦੀ ਜੋਤ ਚਲੀ ਗਈ, ਤੇ ਸੁਣਨ ਵਾਲੇ ਕੰਨ ਜਿਹੜੇ ਉਹ ਵੀ ਬਹਿ ਗਏ, ਖਤਮ ਹੋ ਗਏ। ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾਹ ਸੇ ਜਾਨੀ ਚੱਲ ਗਏ। ਸਰੀਰ ਨੇ ਢਾਹ ਮਾਰੀ ਵੀ ਮੇਰੇ ਮਿੱਤਰ, ਮੇਰੇ ਜਿਹੜੇ ਸੱਜਣ ਸਨ ਉਹ ਛੱਡ ਕੇ ਚਲੇ ਗਏ। ਉਹ ਸੱਜਣ ਇਹ ਕਹਿ ਰਿਹਾ ਹੈ, ਆਪਣੇ ਤਨ ਨੂੰ ਪੁੱਛਦਾ ਵੀ ਸਾਰਾ ਤਾਕਤ ਕਿੱਥੇ ਚਲੀ ਗਈ, ਕੋਈ ਸਮਝ ਨਹੀਂ ਪੈ ਰਹੀ। ਇਸੇ ਕਰਕੇ ਇੱਕ ਵਿਦਵਾਨ ਨੇ ਕਿਹਾ ਸੀ ਕਿ ਨੌਜਵਾਨ ਤੁਰੇ ਜਾਂਦੇ ਸਨ, ਤੇ ਬਜ਼ੁਰਗ ਇੱਕ ਮਿੱਟੀ ਲੱਭਦਾ, ਮਿੱਟੀ ਫਰੋਲਦਾ ਪਿਆ ਸੀ,
तो टीचर करदे लंघे, कहंदे बाबा की लभना पिया, सुणांदे ने आम तौर ते। ਉਹ ਕਹਿੰਦਾ ਪੁੱਤਰੋ ਉਹ ਕੁਝ ਲੱਭਣਾ ਕਿ ਜਿਹੜਾ ਕੋਲ ਤੁਹਾਡੇ ਕੋਲ ਆ ਜੇ। ਕਹਿੰਦੇ ਸਾਡੇ ਕੋਲ ਕੀ? ਕਹਿੰਦੇ ਆ ਜਿਹੜੀ ਜਵਾਨੀ ਤੁਹਾਡੇ ਕੋਲ ਉਹ ਮੈਂ ਝਾਤੀ ਮਾਰ ਕੇ ਲੱਭਣਾ ਪਿਆ। ਉਹ ਤਨ ਦੇ ਬਲ ਨੂੰ ਲੱਭ ਰਿਹਾ, ਫਿਰ ਆਪਣੇ ਇੱਕ ਅੰਗ ਨੂੰ ਦੇਖਦਾ, ਫਿਰ ਉਹ ਆਪਣੇ ਮਿੱਤਰਾਂ ਨੂੰ ਚੇਤੇ ਕਰਦਾ। ਵੈਸੇ ਇਹ ਨੈਗੇਟਿਵ ਨਹੀਂ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ। ਮੈਂ ਇੱਕ ਦਿਨ ਬੇਨਤੀ ਕੀਤੀ, ਇੱਕ ਬਾਬਾ ਫਰੀਦ ਯੁੱਧਾ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ, ਤੀਜੇ ਗੁਰੂ ਨਾਨਕ ਸਾਹਿਬ ਈਵਨ, ਉਹ ਇੱਥੋਂ ਤੱਕ ਗਿਆਨ ਜਾ ਚੁੱਕਿਆਂ ਨੂੰ ਯਾਦ ਕਰਕੇ ਕਹਿੰਦੇ ਨੇ, ਮਣਾ ਤੂੰ ਤੁਰ ਕਦੀ ਤੇਰੇ ਕੋਲ ਬੈਠੇ ਸਨ, ਅੱਜ ਕਿੱਥੇ ਚਲੇ ਗਏ? ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ। ਆਖਰ ਪੁੱਛਿਆ ਨਾ ਮਨ ਨੂੰ, ਕਿੱਥੇ ਨੇ ਤੇਰੇ ਮਾਪੇ ਹੋਏ? ਕਿੱਥੇ ਮਾਂ, ਕਿੱਥੇ ਪਿਓ, ਕਿੱਥੇ ਦਾਦਾ, ਕਿੱਥੇ ਦਾਦੀ, ਨਾਨੀ ਨਾਨੇ ਕਿੱਥੇ ਚਲੇ ਗਏ? ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ। ਤੈ ਪਾਸਿਓਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੀ ਹੋਏ। ਉਹ ਪੱਥਰ ਦਿਲਾ ਤੈਨੂੰ ਅਜੇ ਵੀ ਸਮਝ ਨਹੀਂ ਪਈ, ਤੂੰ ਪਤੀਜ ਨਹੀਂ ਰਿਹਾ, ਸ਼ਬਦ ਨੂੰ ਮੰਨ ਨਹੀਂ ਰਿਹਾ। ਫਰੀਦ ਸਾਹਿਬ ਨੇ ਕਿਹਾ ਤੂੰ ਅਜੇ ਨਾ ਪਤੀਣੀ ਹੋਏ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਆ, ਸੰਗ ਚਲਤ ਹੈ ਹਮ ਪੀ ਚਲਣਾ। ਸਾਥੀ ਚਲੇ ਗਏ, ਪੁੱਛਨੇ ਕਿੱਥੇ ਚਲੇ ਗਏ? ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਪਿਆਰਿਓ ਕਿੱਥੇ ਚਲੇ ਗਏ? ਗੁਰੂ ਨਾਨਕ ਸਾਹਿਬ ਬਾਣੀ 'ਚ ਕਹਿੰਦੇ ਆ, ਸੱਜਣ ਮੇਰੇ ਰੰਗਲੇ। ਮੈਂ ਤਾਂ ਬੇਨਤੀ ਕੀਤੀ, ਕਦੀ ਮੰਜੇ ਤੇ ਬੈਠ ਕੇ ਯਾਦ ਕਰੋ ਕਿੱਥੇ ਚਲੇ ਗਏ ਚਿਹਰੇ। ਬਾਬਾ ਜੀ ਕਹਿ ਰਹੇ ਨੇ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਤੇ ਉਸ ਨੂੰ ਬੈਰਾਗ ਵਿੱਚ ਲੈ ਰਹੇ ਨੇ, ਇਹਨੂੰ ਮੋਚ ਨਹੀਂ ਲੈਣਾ। ਜੇ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਤੂੰ ਅਜੇ ਨਾ ਪਤੀਣਿਓ ਏ, ਇਹਦਾ ਅਰਥ ਇਹ ਨਹੀਂ ਕਿ ਉਹ ਮੋਚ ਚੇਤੇ ਹੋ ਕੇ ਅੰਦਰੋਂ ਦੁਖੀ ਨੇ। ਉਹ ਇਸ ਕਰਕੇ ਦੁੱਖ ਕਰ ਰਹੇ ਨੇ ਕਿ ਮਨਾ ਤੂੰ ਸਮਝ ਕਿਉਂ ਨਹੀਂ ਰਿਹਾ, ਤੈਂ ਪਾਸਿਓਂ ਲੱਦ ਗਏ, ਤੇਰੇ ਕੋਲੋਂ ਚਲੇ ਗਏ। ਭਗਤ ਰਵਿਦਾਸ ਸਾਹਿਬ ਜੇ ਜ਼ਿਕਰ ਕਰ ਰਹੇ ਨੇ, ਉਹ ਮੋਚ ਨਹੀਂ ਕਰ ਰਹੇ, ਉਹ ਇਹ ਵੀ ਕਹਿ ਰਹੇ ਨੇ ਖਾਂਪੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਜੇ ਗੁਰੂ ਨਾਨਕ ਸਾਹਿਬ ਜ਼ਿਕਰ ਕਰ ਰਹੇ, ਉਹ ਕਹਿ ਰਹੇ ਆ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ, ਹੰਪੀ ਵੰਨਿਆ ਡੂਮਣੀ ਰੋਵਾਂ, ਝੀਣੀ ਬਾਣ ਆਪਾਂ ਵੀ ਤੁਰਨਾ ਹੈ। ਇੱਕ ਸੱਜਣ ਦਾ ਬੋਲ ਸੀ। ਮੀਂਹ ਜਦੋਂ ਪੈਂਦਾ ਨਾ, ਬਾਰਿਸ਼ ਹੁੰਦੀ ਹੈ, ਮੈਂ ਉਸੇ ਵਿਸ਼ੇ 'ਤੇ ਰਹਿ ਰਿਹਾ ਕਿ ਮਨਾ ਤੂੰ ਖਰ ਰਸ ਨਹੀਂ ਚੱਖਿਆ, ਸਾਰੇ ਪਿਆਲੇ ਜਵਾਬ ਦੇਗਾ, ਹੁਣ ਕਿਵੇਂ ਘੁੱਟ ਭਰੇਗਾ? ਮੀਂਹ ਪਿਆ ਤੇ ਟਾਹਲੀ ਦੇ ਪੱਤੇ ਨਾਲ ਜਾਂ ਆਮ ਰੁੱਖ ਦੇਖੋ ਤੇ ਪੱਤੇ ਨਾਲ ਇੱਕ ਬੂੰਦ, ਪਾਣੀ ਦੀ ਬੂੰਦ ਜ਼ਮੀਨ ਵੱਲ ਡਿੱਗਣਾ ਜਾਂਦੀ ਹੈ। ਪਰ ਆਪ ਜੀ ਦੇਖੋਗੇ ਤਾਰ ਤੇ ਜਾਂ ਪੱਤਿਆਂ ਤੇ ਜਿਹੜਾ ਪਾਣੀ ਬਾਰਿਸ਼ ਤੋਂ ਬਾਅਦ ਪਿਆ ਹੁੰਦਾ ਹੈ ਨਾ, ਖਲੋਤਾ ਹੁੰਦਾ ਹੈ, ਉਹ ਥੱਲੇ ਡਿੱਗਦਾ ਲੰਮਾ ਜਿਹਾ ਆਕਾਰ ਕਰਕੇ, ਥੋੜਾ ਜਿਹਾ ਪਾਣੀ ਥੱਲੇ ਡਿੱਗਦਾ, ਅੱਧੀ ਇੱਕ ਬੂੰਦ ਬਾਕੀ ਫਿਰ ਉੱਤੇ। ਉਹ ਸ਼ਾਇਰ ਕਹਿੰਦਾ, ਤਾਰ ਨਾਲ ਇੱਕ ਉਸ ਪੱਤੇ ਦੇ ਨਾਲ ਮੀਂਹ ਪੈ ਹਟਿਆ, ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ ਸਮਝਾਉਣ ਨੂੰ। ਕਹਿੰਦੇ ਨੇ ਉਹ ਮੀਂਹ ਪੈ ਕੇ ਹਟਿਆ, ਪਾਣੀ ਡਿੱਗਦਾ ਪਰ ਡਿੱਗਦਾ ਨਹੀਂ, ਲੰਬੇਰਾ ਜਿਹਾ ਹੁੰਦਾ, ਥੋੜਾ ਜਿਹਾ ਡਿੱਗਦਾ ਬਾਕੀ ਫਿਰ ਵਿੱਤੇ। ਉਹ ਕਹਿੰਦੇ ਨੇ ਵੀ ਇਹ ਕੀ ਕਾਰਨ? ਮੀਂਹ ਪੈ ਹਟਿਆ, ਤਾਰ ਨਾਲ ਇੱਕ ਤੁਪਕਾ ਸੀ ਲਟਕੰਦਾ, ਡਿੱਗਦਾ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣੰਦਾ। ਕੀ ਕਹਿੰਦਾ? ਅਰਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਹੋਸਾਂ ਆਏ, ਕਿਤ ਵੱਲ ਯਾਰ ਲੋਪ ਹੋ ਗਏ, ਮੈਂ ਲਾ ਨੀਜ ਤਕੰਦਾ। ਫਿਰ ਸੁਣਿਓ, ਅਰਸ਼ਾਂ ਤੋਂ ਲੱਖਾਂ ਸਾਥੀ ਇਕੱਠੇ ਹੋਸਾਂ ਆਏ, ਕਿਤ ਵੱਲ ਯਾਰ ਲੋਪ ਹੋ ਗਏ, ਮੈਂ ਲਾ ਨੀਜ ਤਕੰਦਾ। ਮੈਂ ਲੰਬੇਰਾ ਤਾਂ ਧਰਤੀ ਵੱਲ ਦੇਖਣਾ, ਮੇਰੇ ਵਰਗੇ ਲੱਖਾਂ ਮੇਰੀਆਂ ਬੂੰਦਾਂ ਮੇਰੇ ਵਰਗੀਆਂ ਆਈਆਂ, ਅੱਜ ਪਤਾ ਨਹੀਂ ਕਿੱਥੇ ਚਲੇ ਗਏ ਪਿਆਰਿਓ। ਬਸ ਇਹੀ ਤੇ ਅਵਸਥਾ। ਬਾਬਰ ਸਿਮਰਤ ਗ੍ਰੰਥ ਦੀ ਮੈਂ ਗੱਲ ਕਰ ਰਿਹਾ, ਉਹ 'ਚੋਂ ਕਹਿ ਰਹੇ ਨੇ, ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗਬਾਲ ਸੰਗਾਤੀ। ਚੱਬਣ ਚਲਨ ਰਤਨ, ਸਿਰ ਕੰਪਿਓ ਪਗ ਡਗਮਗੇ, ਸਰੀਰ ਦੇ ਤਾਕਤ ਨੇ ਪਿੱਠ ਦਿੱਤੀ, ਚਮਕਦੀਆਂ ਹੋਈਆਂ ਅੱਖਾਂ ਵੀ ਚਲੀਆਂ ਗਈਆਂ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗਬਾਲ ਸੰਗਾਤੀ, ਤਜ ਕੇ ਇਹ ਲੋਕ ਵਿਕੇ ਹਮਕੋ, ਚਲ ਆਪ ਗਏ ਸੁਰਲੋਕ ਸੁਜਾਤੀ। ਜਿਹੜੇ ਆ ਮਿੱਤਰ ਨਾਲ ਆਏ ਸਨ, ਸਾਨੂੰ ਇਸ ਲੋਕ ਵਿੱਚ ਛੱਡ ਕੇ ਆਪ ਉਹ ਸੁਰਲੋਕ ਚਲੇ ਗਏ।
तज के ए लोक बिखे कम को चल आप गए सुरलोक सुजाती जग मीत सखा मुख फेर खे। कहते वाह वो बुढ़ेपा कैसा आया, हुण मित्र भी कोई नहीं आउंदा, मिलन भी कोई नहीं आउंदा, कोई दुख सुख करन भी नहीं आउंदा, ते उम्र का इन्ना क फर्क पै गया है। नौजवान भी छेती नेड़े बैठण नूं कोई तैयार नहीं पहलां सी। मैनूं याद है साडे पिंडां विच सत्थां 'च बजुर्ग बहिंदे सन, दानियां गल्लां करदे सन, सियाणियां गल्लां करदे सन। निक्के निक्के बच्चे जे कोल बहिंदे सन ना, ते वो गल्लां बजुर्गां दियां अजे तक भी याद ने। ते मैं पिछले दिन ही कहा कि बजुर्ग एडा वड्डा अपने आप च ग्रंथ हुंदा है, सियाणा दाना, वो बहुत कोई जिंदगी का तजर्बा अपने भी समो के बैठा हुंदा है। भावां कि नौजवान छेती उन्हें समझ नहीं सकता, ये मुश्किल है। हुण वो कहंदा भी इहो जिहा समा आ गया कि कोई मित्र कोई सज्जन रिश्तेदार भी नहीं आउंदे पे। तन के बल अब पीठ दई अरहार गए दृगबाल संगाती तज के ए लोक बिखे हमको चल आप गए सुरलोक सुजाती जगमीत सखा मुग फेर गए। अब सेवक आए ना पुछे मम बाती। हुण नौकर भी छेती घर दे मनदे नहीं पे। अगे वो बचन कहंदा मम आए पलांगब हे तृष्णे, ये तृष्णा सिर्फ उलांबा तेनू रह गया। जरा हाक दी सम थाकी एक ना थाक समाया। हे माया सिर्फ तृष्णा तेरे नाल उलांबा रह गया जी। क्यों? बजुर्ग मंजे ते प्या सोच रहे, ताकत चली गई, मित्र चले गए, भैन भरा चले गए, मापे चले गए, सेवक नहीं पुछदे। कहंदे ने तृष्णा तेरे नाल लांबा उलांबा रह गया, तू अज भी मेरा खैड़ा नहीं छड्डदी, मेरा तन साथ नहीं देंदा अंदर, ते तू भी अपनी तेज हवा चलाई जा रही है। एक तृष्णा तू मम संग रही दिन राती। इस करके अज गुरु तेग बहादुर साहब कहंदे आ, वो जवाब दे गया शरीर। सिर कंपियो, सिर कंबदा पिया, पग डगमगे, पैर लड़ खड़ांदे पे आ, नैन जोत ते हीन, अखां दी जोत तो रह गया। इनू गुरु नानक साहब ने कहा भूंडी चाल चरण कर खिसरे। गुरु नानक साहब जी भूंडी चाल, जिन्हों पग डगमगे क्या महाराज ने, चाल जिहड़ी चाल है पैरां दी ये डगमगा गई, चाल चंगी नहीं रही। जिन्हों कहते सन मोर की तरह पहला पांदा, हुण तुरदे नूं वेख के लोग मजाक उड़ाते। भूंडी चाल चरण कर खिसरे, हथ ते जिहड़े पैर ने वो भी ढलक गए। तुचा देह कुमलानी, जिहड़ी आ चमड़ी सी स्किन सी इहदे ते झुरड़ियां पै गईयां, ये भी कुमला गई। भूंडी चाल चरण कर खिसरे, तुचा देह कुमलानी, नेत्री धुंद, अखां च मोतिया उतर आया। गुरु नानक साहब कहंदे आ करन भै बहरे, जिन्हों गुरु जी कह रहे सिर कंपियो पग डगमगे, नैन जोत ते हीन। भूंडी चाल चरण कर खिसरे, तुचा दे कुमलानी, नेत्री धुंद, करन पै बहरे, मनमुख नाम न जानी। कहो नानक ए बिद भई तौ न हार सलीन। महाराज कह रहे ने कि भाई सजना मनमुख नाम नूं तू जानिया ही नहीं। भूंडी चाल चरण कर खिसरे, तुचा दे कुमलानी, नेत्री धुंद, करन पै बहरे, मनमुख नाम न जानी। अंधुले क्या पाया जगाए। हुण तुर लगा पल्ले की लैके चलिया। राम हृदय नहीं गुर की सेवा, हिरदे विच नाम नहीं, गुरु की सेवा कीती नहीं, चाले मूल गवाए। जो कोई लैके आया से अंधले क्या पाया जग आए, राम हृदय नहीं गुर की सेवा, चाले मूल गवाए। जो लैके आया वो भी गवा चलिया। इसे नूं गुरु ग्रंथ साहिब विच मैं अर्ज कीती, वार वार इस गल का ढंडोरा दिता जाता है कि बंदिया बुढ़ेपे तो पहला मार चारा, जे जप सकना जोर मार लै, जे सेवा कर सकना जोर मार लै, जे शुभ कर्म कर सकना, रब ने जिंदगी के दिन दिते ने ते मार जोर, नहीं तो फिर भीखन का शब्द कह कि नैनो नीर बहे तन खीना, भै केस दुदवानी, रुधा कंठ शब्द नहीं उचरै, अब क्या करे प्राणी। महाराज कहते हुण की करेगा, गले चो आवाज़ नहीं। चलो इत्थों तक तो एक पक्ष मैं रखिया, फिर भी मैं यत्न करांगा कि गुरु ग्रंथ साहिब
ਗੁਰੂ ਤੇਗ ਬਹਾਦਰ ਸਾਹਿਬ ਇਹਦੇ ਵਿੱਚ ਫਿਰ ਰਮਜ ਰੱਖ ਗਿਆ। ਕਹੋ ਨਾਨਕ ਇਹ ਬਿਦ ਭਈ ਤਉ ਨਾ ਹਾਰਸ ਲੀਨ। ਇਹਦਾ ਮਤਲਬ ਇਹ ਅਵਸਥਾ ਆ ਗਈ, ਤੂੰ ਅਜੇ ਵੀ ਕਿਉਂ ਨਹੀਂ ਖਰੀ ਦਾ ਰਸ ਲੈ ਰਿਹਾ। ਤਉ ਨਾ ਹਾਰਸ ਲੀਨ, ਮੈਨੂੰ ਲੱਗਦਾ ਇਸ ਅੱਧੀ ਤੁਕ ਵਿੱਚ ਗੁਰੂ ਫਿਰ ਕਹਿੰਦਾ ਪਿਆ ਉਹ ਇਹ ਹਾਲਤ ਤੇਰੀ ਹੋ ਗਈ, ਅਜੇ ਵੀ ਯਤਨ ਕਰ, ਸ਼ਾਇਦ ਤੇਰਾ ਖਹਿੜਾ ਛੁੱਟਦਾ ਵਾਸ਼ਨਾ ਤੋਂ, ਤੇਰੇ ਅੰਦਰ ਖਰੀ ਦੇ ਨਾਮ ਦਾ ਰਸ ਆ ਜਾਏ। ਬਾਬਾ ਸਾਹਿਬ ਨੇ ਸ਼ੁਰੂਆਤ ਅਸੀਂ ਕੀਤੀ ਸੀ ਬਾਬਾ ਫਰੀਦ ਜੀ ਤੋਂ, ਕਿਉਂਕਿ ਉਹਨਾਂ ਕਾਫੀ ਜ਼ਿਆਦਾ ਬਚਨ ਬੁਢੇਪੇ ਮੌਤ ਨਾਲ ਰਿਲੇਟਡ ਨੇ ਉਹਨਾਂ ਦੀ ਬਾਣੀ 'ਚ। ਉਹਨਾਂ ਦਾ ਉਹ ਬਚਨ ਜਿਹੜਾ ਇੱਕ ਦਿਨ ਵਾਚਿਆ ਸੀ ਕਿ ਬੁਢੇਪੇ ਵਿੱਚ ਗੁਰਬਾਣੀ ਬੜਾ ਵੱਡਾ ਸਹਾਰਾ ਦਿੰਦੀ ਹੈ, ਬੜਾ ਵੱਡਾ ਆਸਰਾ ਦਿੰਦੀ ਹੈ। ਹੁਣ ਕਈ ਵਾਰੀ ਉਮਰ ਦੇ ਲਿਹਾਜ਼ ਨਾਲ ਨੀਂਦ ਨਹੀਂ ਨਾ ਪੈਂਦੀ, ਬੰਦੇ ਥੋੜ੍ਹੀ ਜਿਹੀ ਨੀਂਦ ਆਉਂਦੀ ਉੱਠ ਪੈਂਦੇ ਆ, ਫਿਰ ਖੱਬੇ ਸੱਜੇ ਜਾਂ ਵੇਖੋ ਟਾਈਮ ਮਿਲਿਆ ਕੋਈ ਰਾਤ ਨੂੰ ਅਖਬਾਰ ਪੜ੍ਹੀ ਜਗ੍ਹਾ। ਮੈਨੂੰ ਯਾਦ ਹੈ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ, ਜਿਨ੍ਹਾਂ ਨੇ 7 ਦਹਾਕੇ ਦੇ ਕਰੀਬ ਕਿਹਾ ਜਾਂਦਾ ਹੈ ਕਿ ਦੁਪਹਿਰੇ ਦਾ ਕੀਰਤਨ ਕੀਤਾ, ਉਹਨਾਂ ਦਾ ਜੀਵਨ ਲਿਖਿਆ ਹੈ। ਅਤੇ ਉਹਦੇ ਵਿੱਚ ਕਹਿੰਦੇ ਨੇ ਇੱਕ ਸੱਜਣ ਰਾਤ ਨੂੰ ਜਿਹੜਾ ਉਹਨਾਂ ਦੀ ਸੇਵਾ ਵਿੱਚ ਰਹਿੰਦਾ ਸੀ ਸੇਵਾਦਾਰ, ਉਹ ਰਾਤ ਨੂੰ ਜਦੋਂ ਬਿਰਧ ਹੋਏ ਅਤੇ ਰਾਤ ਨੂੰ ਉੱਠਦੇ ਸਨ, ਅਤੇ ਬਜ਼ੁਰਗ ਹੋਣ ਕਰਕੇ ਉਹਨਾਂ ਨੂੰ ਕਿਰਿਆ ਸੋਧਨ ਵਾਸਤੇ ਪਕੜ ਕੇ ਲਿਜਾਣਾ ਕਈ ਵਾਰੀ। ਅਤੇ ਉਹ ਜਦੋਂ ਰਾਤ ਨੂੰ ਉੱਠੇ ਅਤੇ ਕੀ ਦੇਖਿਆ, ਜਿਹੜਾ ਬੰਦਾ ਸੇਵਾ 'ਚ ਹਾਜ਼ਰ ਸੀ ਨਾ, ਉਹ ਰਾਤ ਨੂੰ ਅਖਬਾਰ ਪਿਆ ਪੜ੍ਹੇ ਪੁਰਾਣੀ, ਅਤੇ ਉੱਠਦਿਆਂ ਸਾਰ ਇੱਕੋ ਸ਼ਬਦ ਕਹਿੰਦੇ ਨੇ, ਕਹਿੰਦੇ ਪੜ੍ਹਵਿਆ ਸ਼ਬਦ ਹੀ ਕਹਿੰਦੇ ਨੇ ਆਹ ਵੇਲਾ ਕਿਹੜਾ ਹੈ, ਅੰਦਰ ਤਾਂ ਅੰਦੇ ਬੰਦੇ ਦਾ ਅੱਗੇ ਨਹੀਂ ਟਿਕਦਾ, ਅਤੇ ਜਿਹੜੇ ਵੇਲੇ ਰੱਬ ਦਾ ਨਾਮ ਜਪਣਾ ਤੂੰ ਉਸ ਵੇਲੇ ਕੀ ਕਰਨਾ ਪਿਆ ਹੈ, ਇਹ ਕਿਉਂ ਆਪਣੀ ਤਬਾਹੀ ਕਰ ਰਿਹਾ ਹੈ। ਮੈਂ ਫਿਰ ਬੇਨਤੀ ਕਰਾਂਗਾ ਖਾਸ ਕਰਕੇ ਬਜ਼ੁਰਗਾਂ ਨੂੰ ਕਿ ਜੇ ਮੰਨ ਲਓ ਰਾਤ ਨੂੰ ਨੀਂਦ ਨਹੀਂ ਪੈਂਦੀ, ਅਤੇ ਫਿਰ ਇੱਕ ਕੰਮ ਕਰ ਲਈਏ, ਉੱਠ ਕੇ ਮੂੰਹ ਧੋ ਕੇ ਜਪਜੀ ਸਾਹਿਬ ਦਾ ਪਾਠ ਹੀ ਕਰ ਲਈਏ। ਜੇ ਮੰਜੇ 'ਤੇ ਬੈਠਿਆਂ ਵਾਹਿਗੁਰੂ ਵਾਹਿਗੁਰੂ ਜਪ ਲਈਏ, ਘੱਟੋ ਘੱਟ ਉਹ ਸਮਾਂ ਸਾਡਾ ਸਫਲ ਹੋ ਜਾਏ। ਨਹੀਂ ਜੀ, ਜੇ ਨੀਂਦ ਨਹੀਂ ਆਉਂਦੀ ਫਿਰ TV ਲਾ ਲਿਆ, ਫਿਲਮ ਵੇਖੀ ਗਏ, ਜਾਂ ਕੋਈ ਹੋਰ ਖੱਬੇ ਸੱਜੇ ਹੋਰ ਕੁਝ ਪੜ੍ਹੀ ਗਏ। ਮੈਂ ਜਿਹੜੇ ਅਧਿਆਤਮਿਕਤਾ ਨੂੰ ਕਮਾਉਣੇ ਚਾਹੁੰਦੇ ਨੇ, ਮੈਂ ਬੇਨਤੀ ਕਰਾਂਗਾ ਜੇ ਨੀਂਦ ਪੈਂਦੀ ਅਤੇ ਮਨਾ ਫਿਰ ਗੁਰੂ ਨਾਲ ਹੀ ਗੱਲ ਕਰ ਲੈ, ਕਿਉਂ ਤੇ ਇੱਥੇ ਤਾਂ ਪਰਮਾਰਥ ਕਮਾਉਣ ਵਾਲਾ ਬੇਨਤੀ ਕਰਕੇ ਮੰਗਦਾ ਹੈ ਕਿ ਰੱਬ ਜੀ ਸਾਰਿਆਂ ਨੂੰ ਰਾਤਾਂ ਦਿੱਤੀਆਂ, ਇੱਕ ਰਾਤ ਜਾ ਕੇ ਮੈਨੂੰ ਵੀ ਆਪਣਾ ਵਸਲ ਬਖਸ਼ ਦੇ। ਜਿਵੇਂ ਅਸੀਂ ਬਾਣੀ 'ਚ ਇੱਕ ਬਚਨ ਆਉਂਦਾ ਹੈ ਨਾ, ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਜੇ ਸਾਨੂੰ ਮੰਨ ਲਓ ਇਹ ਰਾਤ ਮਿਲ ਜਾਏ, ਮੈਂ ਬੇਨਤੀ ਆਪ ਨੂੰ ਜਿਹੜੀ ਕਰਨ ਲੱਗਾ ਕਿ ਜੇ ਜਵਾਨੀ ਵਿੱਚ ਨਹੀਂ, ਆਹ ਬੁਢੇਪੇ ਵਿੱਚ ਵੀ ਅਜੇ ਵੀ ਦੇਖ ਹੋਏ, ਕਿਉਂਕਿ ਗੁਰਬਾਣੀ ਨਿਰਾਸ਼ਾ 'ਚ ਬਿਲਕੁਲ ਨਹੀਂ ਲਿਜਾਂਦੀ। ਮੈਂ ਪਿਛਲੇ ਦਿਨੀ ਜਦੋਂ ਮੰਜੀ ਸਾਹਿਬ ਕਥਾ ਕੀਤੀ ਅਤੇ ਪੀਲੂ ਨੇ ਇਹ ਗੱਲ ਕਹੀ ਸੀ, ਜਿਹੜੇ 4 ਭਗਤ ਆਏ, ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਡੋਬਿਆ, ਇਹ ਪਾਠ ਭੇਜਦੇ, ਚਿੱਕੜ ਪੈਰ ਨਾ ਡੋਬਿਆ ਨਾ ਆਲੂਦ ਪਏ। ਪੀਲੋ ਕਹਿੰਦਾ ਸਾਡੇ ਨਾਲ ਚੰਗੇ ਜਿਹੜੇ ਜੰਮਦੇ ਮਰ ਗਏ, ਘੱਟੋ ਘੱਟ ਇਸ ਦੁਨੀਆ ਦੇ ਚਿੱਕੜ 'ਤੇ ਨਾ ਫਸੇ। ਮੇਰੇ ਗੁਰੂ ਅਰਜਨ ਦੇਵ ਨੇ ਕਿਹਾ ਨਾ, ਇੰਨੀ ਢਹਿੰਦੀ ਕਲਾ ਦੇ ਖਿਆਲ, ਇਹੋ ਜਿਹੇ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਹੀਂ। ਕਿਉਂ? ਮਹਾਰਾਜ ਕਹਿੰਦੇ ਆ ਇੱਥੇ ਤਾਂ ਅੰਤਲੇ ਸਾਹ ਉੱਤੇ ਵੀ ਇੱਕ ਆਸ ਕਰਕੇ ਜਿਗਿਆਸੂ ਬੈਠਾ, ਨਹੀਂ ਮੇਰਾ ਪਰਮੇਸ਼ਵਰ ਅੰਤਲੇ ਸਾਹ 'ਤੇ ਵੀ ਆ ਕੇ ਬਖਸ਼ਿਸ਼ ਕਰੇਗਾ। ਇਸੇ ਕਰਕੇ ਫਰੀਦ ਨੇ ਕਿਹਾ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ, ਅਜੇ ਆਸ ਹੈ ਮੈਨੂੰ। ਮੈਂ ਅਰਜ਼ ਕਰਾਂ, ਚਲੋ ਮੰਨ ਲਓ ਇਹ ਅਵਸਥਾ ਆ ਗਈ, ਬੁਢੇਪਾ ਆ ਗਿਆ, ਹਾਲਾਂਕਿ ਇਸ ਅਵਸਥਾ ਵਿੱਚ ਮਨ ਦੀ ਸਫਾਈ ਕਰਨੀ ਬੜੀ ਔਖੀ ਹੈ, ਕਿਉਂਕਿ ਇੰਨੇ ਸਾਲਾਂ ਦਾ ਕੂੜਾ ਕਰਕਟ ਵਿੱਚ ਪਿਆ ਹੈ। ਅਤੇ ਜਦੋਂ ਬੰਦਾ ਅੱਖਾਂ ਬੰਦ ਕਰਦਾ, ਉਂਝ ਵੈਸੇ ਕਹਿੰਦਾ ਕਿ ਮੈਂ ਉਦਾਹਰਨ ਦਿੱਤੀ, ਕੋਈ ਪੁੱਤਰ ਕੋਈ ਧੀ ਕੋਈ ਨੇੜੇ ਨਹੀਂ ਆ ਰਿਹਾ, ਪਰ ਇਕੱਲਾ ਨਹੀਂ ਜੇ ਰਹਿੰਦਾ। ਜਦੋਂ ਅੱਖਾਂ ਬੰਦ ਕਰਦਾ, ਉਹੀ ਭੀੜ ਫਿਰ ਅੰਦਰ ਇਕੱਠੀ ਕਰ ਲੈਂਦਾ ਜਿਹੜੀ ਜਵਾਨੀ 'ਚ ਵੇਖੀ ਸੀ। ਅੰਦਰ ਦੀ ਭੀੜ ਤਾਂ ਮੁੱਕਦੀ ਕੋਈ ਨਹੀਂ, ਮੰਜੇ 'ਤੇ ਇਕੱਲਾ ਹੈ, ਪਰ ਸੁਰਤ ਕਰਕੇ ਤਾਂ ਭੀੜ ਵਿੱਚ ਹੀ ਹੈ ਨਾ। ਪਰ ਮਹਾਰਾਜ ਕਹਿੰਦੇ ਨੇ ਕੰਮ ਕਰ। ਗੁਰੂ ਜੀ ਕਹਿੰਦੇ ਆ, ਕਾਲੀ ਜਿਨੀ ਨਾ ਰਾਵਿਓ ਫਰੀਦ ਸਾਹਿਬ, ਧੌੜੀ ਰਾਵੈ ਕੋਏ। ਇਸ ਬੇਨਤੀ ਨੂੰ ਫਿਰ ਸੁਣਿਆ। ਮੈਂ ਇਹ ਨਹੀਂ ਕਹਾਂਗਾ ਫਰੀਦ ਸਾਹਿਬ ਨਿਰਾਸ਼ਤਾ 'ਚ ਲਿਜਾ ਰਹੇ, ਜਿਵੇਂ ਗੁਰੂ ਤੇਗ ਬਹਾਦਰ ਕਹਿ ਰਿਹਾ, ਕਹੋ ਨਾਨਕ ਇਹ ਬਿਦ ਪਈ, ਇਹ ਅਵਸਥਾ ਆ ਗਈ,
ਤਉ ਨਾ ਹਾਰਸ ਲੀਨ। ਇਹਦਾ ਮਤਲਬ ਤੂੰ ਅਜੇ ਵੀ ਯਤਨ ਕਰ, ਹਾਰਸ ਲੈ ਸਕਣਾ। ਫਰੀਦ ਸਾਹਿਬ ਕਹਿੰਦੇ ਕਾਲੀ ਜਿਹਨੇ ਨਾ ਰਾਵੇ ਉਹ ਧੌਲੀ ਰਾਵੈ ਕੋਏ। ਜਿਹਨੇ ਜਵਾਨੀ ਚੇਤੇ ਨਹੀਂ ਕੀਤਾ, ਬੁਢੇਪੇ 'ਚ ਕਿੱਥੇ ਚੇਤੇ ਕਰੂਗਾ। ਪਰ ਨਾਲ ਉਹ ਬਚਨ ਕਰਦਿਆ ਕਰ ਸਾਈਂ ਸਿਓ ਪਿਰਹੜੀ, ਇਹ ਉਹਨਾਂ ਨੇ ਨਿਰਾਸ਼ਤਾ 'ਚੋਂ ਕੱਢਿਆ। ਕਹਿੰਦੇ ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ। ਤੂੰ ਆਪਣੇ ਪਿਆਰੇ ਨਾਲ ਮੁਹੱਬਤ ਕਰੋ ਪਿਆਰਿਆ। ਅੱਗੇ ਗੁਰੂ ਅਮਰਦਾਸ ਮਸਜਿਦ ਨੇ ਕਿਹਾ ਸੀ, ਕਹਿੰਦੇ ਨੇ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਤੂੰ ਆ ਹੀ ਸਮਾਂ ਸਾਂਭ ਹੋਏ। ਕਿਉਂਕਿ ਇੱਕ ਤਜਰਬਾ ਤਾਂ ਹੋ ਚੁੱਕਾ ਜ਼ਿੰਦਗੀ ਦਾ ਵੀ ਕੋਈ ਆਪਣਾ ਨਹੀਂ। ਇਸ ਅਵਸਥਾ 'ਚ ਸਾਰੇ ਛੱਡ ਗਏ, ਈਵਨ ਕਿ ਸਰੀਰ ਵੀ ਸਾਥ ਛੱਡਦਾ ਪਿਆ। ਜਦੋਂ ਇਹ ਤਜਰਬਾ ਹੋ ਚੁੱਕਾ ਹੈ ਵੀ ਕੋਈ ਪਰਿਵਾਰ ਕੋਈ ਸੰਸਾਰ ਨਹੀਂ, ਤੇ ਮਨਾ ਇਸ ਅਵਸਥਾ ਵਿੱਚ ਜਿੰਨੀ ਦੇਰ ਤੱਕ ਇਹ ਘੋੜਾ ਮਿਲਿਆ ਉਨੀ ਦੇਰ ਤੱਕ ਹੁਣ ਰੱਬ ਵਾਲੇ ਪਾਸੇ ਤੁਰ। ਗੁਰੂ ਸਾਹਿਬ ਕਹਿੰਦੇ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ। ਜੇ ਲੋਚਾਂ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਹਜ਼ੂਰ ਕਹਿੰਦੇ ਨੇ ਇਸ ਅਵਸਥਾ 'ਚ ਵੀ ਜਪ। ਅੱਜ ਮੇਰੇ ਮਨ ਸੀ ਕਿ ਉਹ ਪਿਛਲੇ ਦਿਨ ਵੀ ਜਦੋਂ ਬਾਲ ਜਵਾਨੀ ਅਤੇ ਬਿਰਧਪੁਨ ਅਸੀਂ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਕੀਤਾ ਸੀ, ਤੇ ਜਿਸ ਵਕਤ ਬਾਬਾ ਜੀ ਦਾ ਅੰਤਲਾ ਸਮਾਂ ਆਇਆ ਨਾ, ਰਮਦਾਸ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਮੈਂ ਧੰਨ ਧੰਨ ਕਿਹਾ, ਇਹ ਨਾ ਸਮਝਿਓ ਕਿ ਗੁਰਸਿੱਖੋ ਇਹ ਗੱਲ ਚੇਤੇ ਰੱਖਿਓ, ਕਿਸੇ ਕਮਾਈ ਵਾਲੇ ਨੂੰ ਇਹ ਗੁਰੂ ਗ੍ਰੰਥ ਸਾਹਿਬ 'ਚ ਹੈ। ਅੱਜ ਤਾਂ ਜ਼ਬਾਨ ਸਾਡੀ ਕਾਬੂ ਨਹੀਂ ਨਾ, ਜੋ ਮੂੰਹ ਚੁੰਮਦਾ ਬੋਲੀ ਜਾ ਰਹੇ ਹਾਂ। ਗੁਰਮੁਖੋ ਕਿਸੇ ਕਮਾਈ ਵਾਲੇ ਨੂੰ ਸਿਰਫ ਬਾਬਾ ਜੀ ਕਹਿ ਦਿਓਗੇ ਨਾ, ਅਦਬ ਨਾਲ ਸਤਿਕਾਰ ਨਾਲ। ਪਰ ਅੱਜ ਬਾਬੇ ਕਿੱਥੇ ਕਹਿੰਦੇ ਆ, ਬੂਬਨੇ ਕਹਿੰਦੇ ਆ ਲੋਕੀ ਕਮਾਈਆਂ ਵਾਲਿਆਂ ਨੂੰ। ਪਖੰਡੀ ਮੈਂ ਕਿਹਾ ਪਹਿਲਾਂ ਨਹੀਂ ਸਨ। ਮਹਾਰਾਜ ਕਹਿੰਦੇ ਨੇ ਕਿ ਜਿਹਨਾਂ ਨੂੰ ਇੱਕ ਵਾਰੀ ਤੁਸੀਂ ਜੀ ਕਹਿ ਦਿਓਗੇ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੀ ਸਿਰਫ ਅਦਬ ਵਾਲਾ ਸ਼ਬਦ ਵਰਤ ਲੈ। ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਬਜ਼ੁਰਗੀ ਹੈ। ਬੜਾ ਸੋਹਣਾ ਰਮਦਾਸ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਹਰਗੋਬਿੰਦਪੁਰੇ ਨੇ ਭੇਜਿਓ ਨੇ ਆਦਮੀ ਕਿ ਸਾਨੂੰ ਆ ਕੇ ਦਰਸ਼ਨ ਦਿਓ। ਤੇ ਨਾਲ ਇਹ ਕਿਹਾ ਸੀ, ਮਹਾਰਾਜ ਜਿੱਦਣ ਮੈਂ ਜਾਣਾ ਹੈ ਤੁਸੀਂ ਕੋਲ ਹੋਣਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਆ ਗਏ। ਹੁਣ ਅਵਸਥਾ ਉਮਰ ਕਿੰਨੀ? ਮੈਂ ਕਹਿੰਦਾ 125 ਸਾਲ ਤੇ 2.5 ਦਿਨ ਕਹਿੰਦੇ, ਚਲੋ ਅਸੀਂ ਸਿੱਧੀ 125 ਸਾਲ ਦੀ ਉਮਰ ਹੈ ਬਾਬਾ ਸਾਹਿਬ ਜੀ ਦੀ। ਤੇ ਉਹਨਾਂ ਨੇ 1506 ਨੂੰ ਉਹਨਾਂ ਦਾ ਜਨਮ ਹੈ, 604 ਨੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਬਣੇ। 98 ਸਾਲ ਦੀ ਉਮਰ 'ਚ ਧੰਨ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਾਹਿਬ ਬਣੇ। 1631 'ਚੋਂ ਨਾ ਚੋਲਾ ਛੱਡਿਆ। 1506 ਤੇ 1631 125 ਸਾਲ ਉਹਨਾਂ ਸੇਵਾ ਉਮਰ ਭੋਗੀ। 12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਨੂੰ ਮਿਲੇ। ਇਹਦਾ ਮਤਲਬ 125 ਸਾਲਾਂ ਵਿੱਚੋਂ 113 ਸਾਲ ਉਸ ਮਹਾਂਪੁਰਖ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਾਕਰੀ ਕੀਤੀ ਹੈ। ਅੰਤਲਾ ਸਮਾਂ ਆ ਗਿਆ, ਸਰੀਰਕ ਅਵਸਥਾ ਬੁਢੇਪਾ ਹੈ। ਇਹ ਤਾਂ ਕੁਦਰਤੀ ਕਿ ਇਸ ਤਬਦੀਲੀ ਮੈਂ ਕਿਹਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਿਆ। ਸਤਿਗੁਰੂ ਆਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਆਵਾਜ਼ ਦਿੱਤੀ ਘਰੋਂ ਕਿ ਬਾਬਾ ਜੀ ਸਤਿਗੁਰੂ ਆਏ। ਉੱਠ ਕੇ ਅੱਗੇ ਤੁਰ ਪਏ। ਕਹਿੰਦੇ ਇੰਨੇ ਰਸ ਮਗਨ ਸਨ ਅੰਤਲੇ ਦਿਨਾਂ 'ਚ, ਇੰਨੇ ਆਪਣੇ ਆਪੇ ਜੁੜੇ ਸਨ। ਭਰਵੱਟਿਆਂ ਦੇ ਕੇਸ ਲੰਬੇਰੇ ਸਨ, ਚਿੱਟੇ ਸਨ, ਅੱਖਾਂ ਢੱਕੀਆਂ ਸਨ, ਥੋੜ੍ਹਾ ਜਿਹੇ ਤੁਰੇ, ਇੰਨੇ ਰਸ ਮਗਨ ਹੋ ਗਏ ਕਿ ਵਿਹੜੇ ਵਿੱਚ ਹੀ ਬੈਠ ਗਏ। ਗੁਰੂ ਹਰਗੋਬਿੰਦ ਸਾਹਿਬ ਆ ਗਏ, ਦੇਖਿਆ ਬਸ ਇਸ ਤਰ੍ਹਾਂ ਹੀ ਬੈਠੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਚਰਨ ਪਕੜੇ, ਹਿਲਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਉਹਨੇ। ਦੌੜ ਕੇ ਵਾਹਿਗੁਰੂ ਹੱਥ ਕੱਢ ਕੇ ਮੱਥਾ ਟੇਕਿਓ। ਗੁਰੂ ਹਰਗੋਬਿੰਦ ਸਾਹਿਬ ਨੇ ਅਦਬ ਨਾਲ ਹੱਥ ਫੜ ਲਏ, ਆਪ ਗੋਡਿਆਂ ਨੂੰ ਹੱਥ ਲਾਏ। ਹੁਣ ਅੰਤਲਾ ਸਮਾਂ, ਸਵੇਰੇ ਉੱਠ ਕੇ ਇਸ਼ਨਾਨ ਕੀਤਾ ਜੀ। ਤੇ ਜਦੋਂ ਸਿੱਖਾਂ ਪੁੱਛਿਆ ਬਾਬਾ ਜੀ ਸਾਨੂੰ ਕੋਈ ਜ਼ਿੰਦਗੀ ਦਾ ਤੱਤ ਸਮਝਾਓ, ਤੁਸੀਂ ਇੰਨਾ ਸਮਾਂ ਕਾਲ ਕਮਾਈ ਕੀਤੀ। ਉਹਨਾਂ ਕਿਹਾ ਜਪ ਕਰੋ, ਤਪ ਕਰੋ, ਸਿਮਰਨ ਕਰੋ, ਹੀਲੇ ਕਰੋ, ਸੇਵਾ ਕਰੋ, ਸਭ ਕੁਝ ਕਰਕੇ ਦਾਵਾ ਕਦੀ ਨਹੀਂ ਕਰਨਾ। ਕਰੋ ਸਭ ਕੁਝ ਪਰ ਦਾਵਾ ਨਹੀਂ ਕਰਨਾ। ਕਿਉਂ ਜੀ?
ਕਹਿੰਦੇ ਨੇ ਆਸ ਇਹਦੀ ਕਿਰਪਾ ਦੀ ਰੱਖੋ। ਜਦੋਂ ਸਰੀਰ ਛੱਡਿਆ, ਜਪਜੀ ਸਾਹਿਬ ਦਾ ਪਾਠ ਸੰਭਲ ਸੰਭਲ ਕੇ ਆਪ ਕੀਤਾ। ਪਾਠ ਕਰਕੇ ਕਹਿੰਦੇ ਆ, ਦੀਜੈ ਆਇਸ ਮੈਂ ਅਗਰ ਸਧਾਊਂ। हे ਗੁਰੂ ਹਰਗੋਬਿੰਦ ਸਾਹਿਬ, ਹੁਣ ਆਗਿਆ ਦਿਓ, ਮੈਂ ਚੋਲਾ ਛੱਡਣ ਲੱਗਾ ਵਾਂ। ਤੇ ਚਿਹਰੇ ਤੇ ਕਹਿੰਦੇ ਲਾਲੀ, ਅੱਖਾਂ ਭਰੀਆਂ ਪਈਆਂ ਰਸ ਨਾਲ, ਮੁਖ ਵਿੱਚੋਂ ਨਾਮ ਦੀ ਉਹ ਬਖਸ਼ਿਸ਼। ਕਹਿੰਦੇ ਦੀਜੈ ਆਗਿਆ, ਦੀਜੈ ਆਇਸ ਮੈਂ ਅਗਰ ਸਧਾਊਂ, ਪਰਮ ਪਦਵੀ ਤੁਮਰੀ ਪਾਊਂ। ਅੱਗੋਂ ਪਰ ਮਹਾਰਾਜ ਕਹਿੰਦੇ ਨੇ, ਕਹਿਓ ਬਚਨ ਸਤਿਗੁਰ ਕਹਿਓ, ਬਿਰਾਜੋ ਪਿਆਰੇ। ਮਹਾਰਾਜ ਕਹਿੰਦੇ ਸਤਿਗੁਰ ਕਹਿਓ, ਬਿਰਾਜੋ ਪਿਆਰੇ, ਗਗਨ ਸਮ ਤੋਂ ਵਿਆਪਕ ਸਾਰੇ। ਤੂੰ ਇਸ ਤਰ੍ਹਾਂ ਵਿਰਾਟ ਹੋ ਜਾਏਗਾ ਹੁਣ, ਜਿਵੇਂ ਅਸਮਾਨ ਸਾਰੀਆਂ ਥਾਵਾਂ ਤੇ ਸਮਾਇਆ ਹੋਇਆ, ਵਿਰਾਟ ਹੈ। ਤੂੰ ਇਸ ਸਰੀਰ ਵਿੱਚੋਂ ਨਿਕਲ ਕੇ ਉਸ ਪਰਮ ਵਿਰਾਟ ਦੇ ਵਿੱਚ ਸਦਾ ਲਈ ਸਮਾ ਜਾਏਗਾ। ਪਿਆਰਿਓ, ਗਏ ਉਹ ਵੀ, ਪਰ ਉਹ ਰਸ ਵਿੱਚ ਮਗਨ ਨੇ। ਗੁਰੂ ਤੇਗ ਬਹਾਦਰ ਕਹਿ ਰਹੇ, ਉਹ ਦੇਖ ਹਾਲਤ ਮੰਦੀ ਹੋ ਗਈ ਆ, ਸਿਰ ਕੰਬਦਾ ਪਿਆ, ਪੈਰ ਡਗਮਗਾਉਂਦੇ ਨੇ, ਅੱਖਾਂ ਦੀ ਜੋਤ ਚਲੀ ਗਈ ਏ। ਤੇ ਪਿਆਰਿਆ, ਇੱਕ ਕੰਮ ਕਰ, ਇਹ ਜਿਹੜੇ ਦਿਨ ਬਚੇ ਨੇ ਨਾ, ਇਹ ਖਰੀ ਰਸ ਵਿੱਚ, ਨਾਮ ਰਸ ਵਿੱਚ ਜੋੜ ਦੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ